ਹੁਣ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਰਿਆਇਤਾਂ ਦੀ ਗੱਲ ਹੋਈ ਹੈ ਵੀ ਅਸੀਂ 2 ਕਿਲੋਵਾਟ ਤੱਕ ਕਰਾਂਗੇ, ਆਹ ਵਰਗ ਨੂੰ ਆਹ ਫ੍ਰੀ ਕਰਾਂਗੇ। ਇਹ ਸਾਰਾ ਕੀ ਹੁੰਦਾ ਹੈ? ਜਿਹੜੀਆਂ ਸਿਆਸੀ ਪਾਰਟੀਆਂ ਹੈ ਉਹ ਬਿਜਲੀ ਦੇ ਮਤਲਬ ਮੁੱਦੇ ਨੂੰ ਲੈ ਕੇ ਹੀ ਬਹੁਤ ਜ਼ਿਆਦਾ ਗੱਲ ਕਰਦੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ। ਕਿਉਂਕਿ ਆਗੂਆਂ ਨੇ ਬਹੁਤ ਲੁੱਟ ਲਿਆ ਪੰਜਾਬ ਨੂੰ। ਬਿਜਲੀ ਦੇ ਵਾਸਤੇ ਆਪਾਂ ਜੇ ਵੇਖ ਲਈਏ ਤਾਂ ਉਹਨਾਂ ਨੇ ਜਿੰਨੀ ਪੈਸਾ ਇਨਵੈਸਟ ਕੀਤਾ ਸੀ ਉਸ ਤੋਂ 3 ਗੁਣਾ ਜ਼ਿਆਦਾ 6-7 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਪੈਸਾ ਉਹ ਕਮਾ ਲਿਆ ਹੈਗਾ। ਕਿ ਬਾਹਲੇ ਜਿਹੜੇ PPA ਹੋਏ ਆ ਉਹ ਅਕਾਲੀ ਦਲ ਦੇ ਭਾਜਪਾ ਦੀ ਸਰਕਾਰ ਦੇ ਸਮੇਂ ਵਿੱਚ ਹੀ ਹੋਏ ਆ, ਤੇ ਵਿੱਤ ਮੰਤਰੀ ਵੀ ਉਦੋਂ ਮਨਪ੍ਰੀਤ ਬਾਦਲ ਜੀ ਸੀਗੇ। ਤੁਹਾਡੇ ਤੋਂ ਜੇ ਪੁੱਛਣਾ ਹੋਵੇ ਐਜ ਏ ਨਾਗਰਿਕ, ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਚੰਨੀ ਦੀ ਕਾਰਗੁਜ਼ਾਰੀ ਨੂੰ ਹੁਣ ਤੱਕ? ਲੋਕਾਂ ਦੇ ਵਿੱਚ ਲੋਕਾਂ ਨੂੰ ਜੱਫੀਆਂ ਪਾਉਣ ਦਾ ਜਾਂ ਲੋਕਾਂ ਦੇ ਨਾਲ ਵਿਚਰਨ ਦੇ ਨਾਲ ਇਹ ਲੋਕਾਂ ਦੇ ਜਿਹੜਾ ਉਹ ਜਿਹੜੀ ਭੁੱਖ ਦਾ ਨਹੀਂ ਨਾ ਮਰਦੀ। ਉੱਚ ਸਿੱਖਿਆ ਮੰਤਰੀ ਰਹੀ ਹੈਗੇ ਆ, ਉਦੋਂ ਤਾਂ ਇਹ ਇੰਨੇ ਸਰਗਰਮ ਹੈ ਨਹੀਂ ਸੀਗੇ। ਉਦੋਂ ਤਾਂ ਆਪਾਂ ਕਿਤੇ ਵੇਖਿਆ ਨਹੀਂ ਵੀ ਚੰਨੀ ਸਾਹਿਬ ਗਲੀਆਂ 'ਚ ਤੁਰੇ ਫਿਰਦੇ ਆ ਜਾਂ ਬਾਜ਼ਾਰਾਂ 'ਚ ਤੁਰੇ ਫਿਰਦੇ ਆ। ਤੁਸੀਂ ਤਾਂ ਇਹ ਲੰਮੇ ਸਮੇਂ ਤੋਂ ਇਹ 'ਚ ਕੰਮ ਕਰ ਰਹੇ ਹੋ, ਦੋਨੇ ਰਲੇ ਹੋਏ ਆ। ਸ਼ੁਰੂਆਤ ਕਿੱਥੋਂ ਹੋਈ ਇਹ ਥੋੜਾ ਸਾਨੂੰ ਦੱਸੋ। ਦੇਖੋ ਜੀ, ਮੈਂ ਗੱਲ ਬਿਲਕੁਲ ਸੱਚੀ ਕਰੂੰਗਾ ਤੇ ਚਾਹੇ ਮੈਨੂੰ ਫਾਂਸੀ ਲਾ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਰਿੰਦਰਪਾਲ ਸਿੰਘ ਬੱਲੂਆਣਾ। ਜਿਵੇਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਜਿਉਂ-ਜਿਉਂ ਨੇੜੇ ਆ ਰਹੀਆਂ, ਸਾਰੀਆਂ ਸਿਆਸੀ ਪਾਰਟੀਆਂ ਸਰਗਰਮੀ ਨਾਲ ਆਪਦਾ ਕੰਮ ਕਰ ਰਹੀਆਂ। ਜਿਹੜੇ ਉਮੀਦਵਾਰ ਐਲਾਨੇ ਜਾ ਚੁੱਕੇ ਆ ਉਹਨਾਂ ਵੱਲੋਂ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ, ਤੇ ਜਿਨ੍ਹਾਂ ਨੂੰ ਟਿਕਟਾਂ ਦੀ ਝਾਕ ਹੈਗੀ ਹੈ ਉਹ ਵੀ ਲਗਾਤਾਰ ਲੋਕਾਂ ਨਾਲ ਰਾਬਤਾ ਬਣਾ ਰਹੇ ਨੇ ਤੇ ਅਨੇਕਾਂ ਤਰ੍ਹਾਂ ਦੇ ਵਾਅਦੇ ਹੋ ਰਹੇ ਨੇ। ਅਕਾਲੀ ਦਲ ਕੁਛ ਕਹਿ ਰਿਹਾ ਵੀ ਜਦੋਂ ਸਾਡੀ ਸਰਕਾਰ ਆਊ ਆਹ ਰਿਆਇਤਾਂ ਦੇਵਾਂਗੇ, ਆਮ ਆਦਮੀ ਪਾਰਟੀ ਵੱਖਰਾ ਕਹਿ ਰਹੀ ਹੈ, BJP ਦਾ ਵੱਖਰਾ ਕੰਮ ਚੱਲ ਰਿਹਾ, ਕਾਂਗਰਸ ਜਿਹਦਾ ਰਾਜ ਹੈਗਾ ਹੁਣ ਮੌਜੂਦਾ ਸਮੇਂ ਉਹਨਾਂ ਵੱਲੋਂ ਵੀ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ। ਤੇ ਇਹਨਾਂ ਜਿਹੜੇ ਰਿਆਇਤਾਂ ਬਾਰੇ ਤੇ ਪੰਜਾਬ ਦੇ ਹੋਰ ਮਸਲਿਆਂ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਗੁਰੂ ਨਾਨਕ ਦੇਵ ਜਿਹੜਾ ਥਰਮਲ ਪਲਾਂਟ ਬਠਿੰਡਾ ਉਹਦੇ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਨੇ ਗੁਰਸੇਵਕ ਸਿੰਘ ਸੰਧੂ, ਤੇ ਉਹ ਅਕਸਰ ਹੀ ਜਿਹੜੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਸਰਗਰਮ ਰਹਿੰਦੇ ਨੇ, ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਦੇ 'ਤੇ ਗੱਲ ਕਰਦੇ ਨੇ। ਸੰਧੂ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਵੀ ਤੁਸੀਂ ਜਿਹੜੇ ਬਿਜਲੀ ਵਿਭਾਗ ਹੈ ਜੋ ਕੰਪਨੀ 'ਚ ਵੰਡਿਆ ਗਿਆ, ਜੋ ਤੁਸੀਂ ਜੋਬ ਕਰ ਰਹੇ ਹੋ ਇੱਕ ਚੰਗੀ ਪੋਸਟ 'ਤੇ, ਤੁਹਾਨੂੰ ਸਮਝ ਹੈਗੀ ਇਸ ਗੱਲ ਦੀ ਵੀ ਜਿਹੜਾ ਬਿਜਲੀ ਦਾ ਕਿਸ ਤਰ੍ਹਾਂ ਬਣਦੀ ਤੋਂ ਲੈ ਕੇ ਜਦੋਂ ਲੋਕਾਂ ਤੱਕ ਪਹੁੰਚਦੀ ਹੈ। ਜਿਹੜੀ ਇਹ ਹੁਣ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਰਿਆਇਤਾਂ ਦੀ ਗੱਲ ਹੋਈ ਹੈ ਵੀ ਅਸੀਂ 2 ਕਿਲੋਵਾਟ ਤੱਕ ਕਰਾਂਗੇ, ਆਹ ਵਰਗ ਨੂੰ ਆਹ ਫ੍ਰੀ ਕਰਾਂਗੇ। ਇਹ ਸਾਰਾ ਕੀ ਹੁੰਦਾ ਹੈ? ਇਹ ਵੇਖੋ ਜੀ, ਜਿਹੜੀ ਬਿਜਲੀ ਹੈ, ਬਿਜਲੀ ਇੱਕ ਬਹੁਤ ਮਹੱਤਵਪੂਰਨ ਵਿਭਾਗ ਹੈ ਸਾਡਾ, ਔਰ ਇਹਦੇ ਬਿਨਾ ਹਰ ਮਨੁੱਖ ਹੈ, ਚਾਹੇ ਉਹ ਝੁੱਗੀ ਝੌਂਪੜੀ ਰਹਿੰਦਾ, ਚਾਹੇ ਕੋਈ ਮਹਿਲ ਦੇ ਵਿੱਚ ਰਹਿੰਦਾ, ਸਾਡਾ ਸੰਬੰਧ ਉਹਨਾਂ ਸਾਰੇ ਲੋਕਾਂ ਦੇ ਨਾਲ ਰਹਿੰਦਾ। ਤੇ ਬਿਜਲੀ ਤੋਂ ਬਿਨਾ ਹਰ ਕੰਮ ਜਿਹੜਾ ਅਧੂਰਾ ਰਹਿੰਦਾ ਹੈਗਾ। ਤੇ ਬਿਜਲੀ ਇਸ ਵੇਲੇ ਚਾਹੇ ਉਹ ਇੰਡਸਟਰੀ ਹੈ, ਚਾਹੇ ਉਹ ਘਰ ਹੈ, ਚਾਹੇ ਕੋਈ ਉਹ ਗੁਰੂ ਘਰ ਹੈ, ਚਾਹੇ ਕੋਈ ਮੰਦਿਰ ਹੈ, ਚਾਹੇ ਕੋਈ ਸਕੂਲ ਹੈ, ਕਾਲਜ ਹੈ, ਉੱਥੇ ਬਿਜਲੀ ਬਿਨਾ ਜੇ ਚਲੀ ਜਾਵੇ ਤਾਂ 1 ਮਿੰਟ ਵੀ ਜਿਹੜਾ ਹੈ ਬਿਜਲੀ ਬਿਨਾ ਜਿਹੜਾ ਉਹ ਨਹੀਂ ਕੰਮ ਚੱਲਦਾ। ਸੋ ਇਸ ਕਰਕੇ ਜੋ ਇਸ ਵੇਲੇ ਮੇਰਾ ਖਿਆਲ ਪਹਿਲੀ ਵਾਰ ਹੈ ਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਤੇ ਬਿਜਲੀ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ। ਹੋਰ ਮੁੱਦੇ ਵੀ ਬੜੇ ਵੱਡੇ ਨੇ, ਪਰ ਇਸ ਵੇਲੇ ਜਿਹੜਾ ਵਾਰ-ਵਾਰ ਜਿਹੜੀਆਂ ਸਿਆਸੀ ਪਾਰਟੀਆਂ ਹੈ ਉਹ ਬਿਜਲੀ ਦੇ ਮਤਲਬ ਮੁੱਦੇ ਨੂੰ ਲੈ ਕੇ ਹੀ ਬਹੁਤ ਜ਼ਿਆਦਾ ਗੱਲ ਕਰਦੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ। ਸੋ ਜਿਵੇਂ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਜਾਂ ਇਹਨਾਂ ਦੇ ਮੁੱਖ ਮੰਤਰੀ ਨਵੇਂ ਜਿਹੜੇ ਹੁਣ ਲਗਾਏ ਹੈ ਚੰਨੀ ਜੀ, ਇਹਨਾਂ ਨੇ ਬੜੇ ਵੱਡੇ ਜਿਹੜੇ ਵਾਅਦੇ ਕੀਤੇ ਹੈ ਕਿ ਅਸੀਂ 3 ਰੁਪਏ ਬਿਜਲੀ ਜਿਹੜੀ ਹੈ ਉਹ ਸਸਤੀ ਕਰ ਦੇਵਾਂਗੇ, ਇੰਨੇ ਕਿਲੋਵਾਟ ਲੋਡ ਤੱਕ ਜਿਹੜੀ ਹੈ ਉਹਨਾਂ ਨੂੰ ਇਸ ਤਰ੍ਹਾਂ ਕਰ ਦੇਵਾਂਗੇ। ਸੋ ਬਿਜਲੀ ਇਸ ਵੇਲੇ ਇੱਕ ਮਹਿੰਗੀ ਵੀ ਬਹੁਤ ਹੋਈ ਪਈ ਹੈ ਪੰਜਾਬ ਦੇ ਵਿੱਚ, ਤੇ ਇਹਦੇ ਕਰਕੇ ਵੀ ਇਹਦਾ ਮਹਿੰਗੀ ਦਾ ਜਿਹੜਾ ਕਾਰਨ ਹੈ, ਜਿਹੜਾ ਕੋਈ ਇਹਦੇ ਪਿੱਛੇ ਸਭ ਤੋਂ ਵੱਡੇ ਜਿਹੜੇ ਕਾਰਨ ਹੈ ਉਹ ਜਿਹੜੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ ਜਿਹੜੇ PPA ਕੀਤੇ ਹੈ, ਪਾਵਰ ਪਰਚੇਜ ਐਗਰੀਮੈਂਟ, ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਕੀਤੇ ਹੈ, ਜਿਹੜੇ ਇੱਕ ਤਾਂ 3 ਵੱਡੇ ਥਰਮਲ ਹੋ ਗਏ ਉਹਨਾਂ ਦੇ ਨਾਲ ਜਿਹੜੇ PPA ਕੀਤੇ ਹੈ, ਉਹਨਾਂ ਦੀ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦੀ ਹੈ। ਦੂਸਰੇ ਜਿਹੜੇ ਸੌਰ ਊਰਜਾ ਦੇ ਲੱਗੇ ਆ, ਚਾਹੇ ਉਹ ਅਡਾਨੀ ਅੰਬਾਨੀ ਦਾ ਹੈ,
ਚਾਹੇ ਉਹ ਕੋਈ ਕਿਸੇ ਕਾਂਗਰਸੀ ਐਮਐਲਏ ਦਾ, ਚਾਹੇ ਕਿਸੇ ਅਕਾਲੀ ਐਮਐਲਏ ਦਾ, ਚਾਹੇ ਇਹਨਾਂ ਦੇ ਵਿੱਚ ਕਿਸੇ ਹਿੱਸੇ ਹੈ, ਮਤਲਬ ਉਹਨਾਂ ਦੀ ਗੱਲ ਹਲੇ ਘੱਟ ਹੁੰਦੀ ਹੈ। ਜਿਵੇਂ ਆਪਾਂ ਇਹ ਵੇਖ ਲਈਏ ਕਿ ਵੱਡੇ ਜਿਹੜੇ 3 ਥਰਮਲ ਇਹਨਾਂ ਦਾ ਮੁੱਦਾ ਤਾਂ ਬਹੁਤ ਹਾਈਲਾਈਟ ਹੋ ਚੁੱਕਿਆ। ਮੈਂ ਬਹੁਤ ਵਾਰੀ ਪੋਸਟਾਂ ਦੇ ਵਿੱਚ ਲਿਖਿਆ ਵੀ ਹੈ ਤੇ ਔਰ ਕਾਂਗਰਸੀ ਜਿਹੜੇ ਲੀਡਰ ਹੈ ਇਹਨਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਵੀ ਅਸੀਂ ਕਰਦੇ ਹਾਂ ਜਥੇਬੰਦੀ ਦੇ ਪਲੇਟਫਾਰਮ ਤੋਂ, ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਤੁਹਾਡੇ ਐਮਐਲਏ ਤੇ ਐਮਪੀਆਂ ਦੇ ਜਾਂ ਤੁਹਾਡੇ ਆਗੂਆਂ ਦੇ ਜਿਹੜੇ ਤੁਹਾਡੇ ਪੀਪੀਏ ਕੀਤੇ ਹੋਏ ਹੈ, ਜਿਵੇਂ ਇੱਧਰਲੇ ਪਾਸੇ ਬੱਲੂਆਣੇ ਵਾਲੇ ਪਾਸੇ ਜਾਂ ਇੱਧਰ ਆ ਜੈਤੋ ਕੋਲ ਸੇਧੇ ਵਾਲਾ ਜਾਂ ਇੱਕ ਚੰਨੂ ਲੱਗਿਆ ਹੋਇਆ, ਸ਼ਾਇਦ ਉਹ ਇਹਨਾਂ ਦੇ ਕਿਸੇ ਕਾਂਗਰਸੀ ਐਮਐਲਏ ਦੇ ਵੀ ਆ, ਉਹਦੇ ਨਾਲ ਜਿਹੜੇ ਆ ਬਾਇਓਮਾਸ ਦੇ 8 ਰੁਪਏ 16 ਪੈਸੇ ਜਿਹੜੇ ਆ ਸਮਝੌਤੇ ਕੀਤੇ ਹੋਏ ਆ, ਤੇ ਹਰ ਸਾਲ ਜਿਹੜੀ 5% ਬਿਜਲੀ ਜਿਹੜੀ ਇਨਕਰੀਜ਼ ਹੋਣੀ ਹੈ। ਸੋ ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਕਿ ਪਹਿਲ ਤੁਸੀਂ ਆਪਣੇ ਘਰ ਤੋਂ ਕਰੋ, ਕਿ ਜਿਹੜੇ ਤੁਹਾਡੇ ਆਗੂਆਂ ਦੇ ਹੈ ਜਿਹੜੇ ਬਾਇਓਮਾਸ, ਚਾਹੇ ਉਹ ਛੋਟੇ ਆ ਚਾਹੇ ਉਹ ਵੱਡੇ ਆ, ਚਾਹੇ ਉਹ ਸੌਰ ਊਰਜਾ ਦੇ ਹੈ, ਵੀ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਜਿਹੜੇ ਆ ਸਮਝੌਤੇ ਉਹ ਰਿਵਿਊ ਕਰੋ, ਤਾਂ ਜੋ ਤੁਹਾਨੂੰ ਫਿਰ ਜਿਹੜੀਆਂ ਦੂਜੀਆਂ ਵੱਡੀਆਂ ਕੰਪਨੀਆਂ ਹੈ ਉਹਨਾਂ ਦੇ ਨਾਲ ਤੁਹਾਨੂੰ ਜਿਹੜਾ ਸੌਖਾ ਹੋ ਜਾਵੇ ਹੈਗਾ। ਸੋ ਇਸ ਕਰਕੇ ਕਿਉਂਕਿ ਆਗੂਆਂ ਨੇ ਬਹੁਤ ਲੁੱਟ ਲਿਆ ਪੰਜਾਬ ਨੂੰ ਬਿਜਲੀ ਦੇ ਵਾਸਤੇ। ਆਪਾਂ ਜੇ ਵੇਖ ਲਈਏ ਤਾਂ ਉਹਨਾਂ ਨੇ ਜਿੰਨੀ ਪੈਸਾ ਇਨਵੈਸਟ ਕੀਤਾ ਸੀ ਉਸ ਤੋਂ 3 ਗੁਣਾ ਜ਼ਿਆਦਾ 6-7 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਪੈਸਾ ਉਹ ਕਮਾ ਲਿਆ ਹੈਗਾ, ਤੇ ਉਹਨਾਂ ਨੂੰ ਹੁਣ ਪਹਿਲ ਕਦਮੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਜਿਹੜਾ ਉਹ ਮਾਫੀ ਦੀ ਗੱਲ ਕਰਦੇ ਆ ਚੰਨੀ ਜੀ, ਉਹ ਹੁਣ ਫਿਰ ਨੋਟੀਫਿਕੇਸ਼ਨ ਤੁਸੀਂ ਤਾਂ ਇਸ ਵਿਭਾਗ 'ਚ ਹੈਗੇ ਹੋ, ਉਹ ਕਿਸ ਤਰ੍ਹਾਂ ਲਾਗੂ ਹੋ ਗਈ ਜਾਂ ਹਜੇ ਉਹ ਸਿਆਸੀ ਲੋਕਾਂ ਦੇ ਪੋਸਟਰਾਂ ਦੀ ਮਾਫ ਹੋਈ ਹੈ? ਨਹੀਂ ਜੀ, ਹਜੇ ਤੱਕ ਤਾਂ ਉਹ ਵੇਖੋ ਅਖਬਾਰਾਂ ਦੇ ਵਿੱਚ ਜਿਹੜੀ ਉਹ ਸ਼ਿੰਗਾਰ ਬਣੀ ਹੋਈ ਹੈ, ਹਜੇ ਉਹਦਾ ਕੋਈ ਨੋਟੀਫਿਕੇਸ਼ਨ ਵਗੈਰਾ ਨਹੀਂ ਹੋਇਆ ਹੈਗਾ। ਤੇ ਜਿੱਥੋਂ ਤੱਕ ਵੀ ਐਡਾ ਵੱਡਾ ਜਿਹੜਾ ਖੱਪਾ ਉਹਨੂੰ ਪੂਰਾ ਕਰਨ ਵਾਲੀ ਗੱਲ ਹੈ ਕਿ ਲੈ ਕੇ ਅਸੀਂ 8 ਰੁਪਏ ਬਿਜਲੀ ਦੇਵਾਂਗੇ, ਹੁਣ ਅਸੀਂ 5 ਰੁਪਏ, ਤਾਂ ਇਹ ਜਿਹੜਾ ਕਿੰਨਾ ਵੱਡਾ ਜਿਹੜਾ ਇਹਦਾ ਵਿੱਤੀ ਬੋਝ ਹੈ ਉਹ ਵੇਖੋ ਆਖਰਕਾਰ ਪੈਣਾ ਤਾਂ ਲੋਕਾਂ 'ਤੇ ਹੀ ਹੈ। ਕਿਸੇ ਢੰਗ ਦੇ ਨਾਲ ਪੈ ਜਾਵੇ, ਨਾ ਤਾਂ ਚੰਨੀ ਨੇ ਘਰੋਂ ਦੇਣਾ, ਨਾ ਕੈਪਟਨ ਨੇ ਘਰੋਂ ਦੇਣਾ, ਨਾ ਬਾਲ ਸਾਹਿਬ ਨੇ ਘਰੋਂ ਦੇਣਾ, ਨਾ ਕਿਸੇ ਹੋਰ ਨੇ ਦੇਣਾ, ਚਾਹੇ ਕੱਲ ਨੂੰ ਕੋਈ ਮੁੱਖ ਮੰਤਰੀ ਬਣ ਜੇ, ਕੋਈ ਬਿਜਲੀ ਮੰਤਰੀ ਬਣ ਜੇ, ਇਹ ਘਰੋਂ ਤਾਂ ਕਿਸੇ ਨੇ ਦੇਣਾ ਨਹੀਂ। ਇਹ ਹੋਣਾ ਤਾਂ ਲੋਕਾਂ ਦੇ ਉੱਤੇ ਹੀ ਹੈ, ਬੋਝ ਤਾਂ ਲੋਕਾਂ ਦੇ ਉੱਤੇ ਪੈਣਾ। ਲੋਕਾਂ ਦੇ ਉੱਤੇ ਬੋਝ ਇਹਦਾ ਤਾਂ ਘਟੂਗਾ ਜੇ ਜਿਹੜੇ PPA ਹੈ, ਜਿਵੇਂ ਇਹਨਾਂ ਨੇ ਹੁਣ ਰਿਵਾਈਜ਼ ਕਰਨ ਵਾਸਤੇ ਜਾਂ ਉਹਨਾਂ ਨੂੰ ਰੱਦ ਕਰਨ ਵਾਸਤੇ ਨੋਟੀਫਿਕੇਸ਼ਨ ਕੀਤਾ ਹੈ, ਤਾਂ ਅਸੀਂ ਇਹ ਗੱਲ ਪਹਿਲਾਂ ਵੀ ਕਹੀ ਸੀਗੀ ਕਿ ਜਦੋਂ ਤੁਸੀਂ ਕੰਪਨੀਆਂ ਨੂੰ ਨੋਟਿਸ ਕੱਢੋਗੇ ਤਾਂ ਕੰਪਨੀਆਂ ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ ਜਾਣਗੀਆਂ, ਤੇ ਜਦੋਂ ਉੱਥੇ ਤੁਸੀਂ ਰਿਪਲਾਈ ਦੇਣਾ ਹੈ, ਜਿਹੜਾ ਰਿਪਲਾਈ ਦੇਣ ਵੇਲੇ ਜੇ ਅਣਗਹਿਲੀ ਨਾ ਹੋਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਸਮਝੌਤੇ ਜਿਹੜੇ ਹੈ ਰਿਵਿਊ ਹੋ ਸਕਦੇ ਆ। ਜੇ ਇਹ ਸਮਝੌਤੇ ਰਿਵਿਊ ਹੋ ਜਾਂਦੇ ਆ ਤਾਂ ਸਾਨੂੰ ਉੱਧਰੋਂ ਸਸਤੀ ਬਿਜਲੀ ਮਿਲਣ ਲੱਗ ਪੈਂਦੀ ਹੈ, ਤਾਂ ਫਿਰ ਲੋਕਾਂ ਨੂੰ ਸਸਤੀ ਬਿਜਲੀ ਦੇਣੀ ਕੋਈ ਔਖੀ ਗੱਲ ਨਹੀਂ। ਦੂਜੀ ਗੱਲ ਇਹ ਹੈ ਕਿ ਜਿੰਨੇ ਵੀ ਪੰਜਾਬ ਦੇ ਜਿਹੜੇ ਵਿੱਤੀ ਸਾਧਨ ਹੈ, ਜੇ ਉਹਨਾਂ ਦੇ ਉੱਤੇ ਕੰਟਰੋਲ ਕਰ ਲਿਆ ਜਾਵੇ, ਜਿਵੇਂ ਹੁਣ ਰੇਤਾ ਬਜਰੀ ਦੀ ਗੱਲ ਹੈ, ਜਾਂ ਟਰਾਂਸਪੋਰਟ ਦੀ ਗੱਲ ਹੈ, ਜਾਂ ਕੇਬਲ ਦੀ ਗੱਲ ਹੈ, ਜਾਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਹੈ, ਜਾਂ ਇਹ ਜਿਵੇਂ ਬਿਜਲੀ ਦਾ ਮੁੱਦਾ ਚੱਲ ਆ ਹੀ ਗਿਆ ਵਿੱਚ, ਤੇ ਜੇ ਇਹਨਾਂ ਦੇ ਉੱਤੇ ਕੰਟਰੋਲ ਕਰ ਲਿਆ ਜਾਵੇ, ਜਿਹੜੀ ਆਮਦਨ ਜਿਵੇਂ ਮਾਲ ਵਿਭਾਗ ਹੈ, ਜਿਹੜੀ ਆਮਦਨ ਉੱਥੋਂ ਆਉਂਦੀ ਹੈ ਸਿੱਧੀ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ, ਕਿ ਨਾ ਕਿ ਇਹਨਾਂ ਦੇ ਘਰਾਂ ਦੇ ਵਿੱਚ ਜਾਵੇ ਜਾਂ ਇਹਨਾਂ ਦੇ ਬੱਬਰਾਂ ਦੇ ਵਿੱਚ ਪਵੇ, ਤਾਂ ਫਿਰ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਦੇਣੀਆਂ ਕੋਈ ਔਖੀਆਂ ਨਹੀਂ ਹੈ। ਹਾਂਜੀ ਜਿਹੜਾ ਸਮਝੌਤੇ ਦੀ ਗੱਲ ਹੈ, ਜਿਵੇਂ ਕੈਪਟਨ ਸਾਹਿਬ ਜਿਵੇਂ CM ਸੀਗੇ ਉਦੋਂ ਵੀ ਗੱਲ ਚੱਲਦੀ ਸੀ, ਹੁਣ ਵੀ ਕਹਿੰਦੇ ਵੀ ਰੱਦ ਹੋ ਕੰਪਨੀਆਂ ਨੇ, ਇਹ ਕੀ ਕਹਾਣੀ ਹੈ ਜਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ? ਨਹੀਂ ਜੀ, ਉਹ ਜਿਹੜੇ ਤਾਂ ਕੈਪਟਨ ਸਾਹਿਬ ਸੀਗੇ ਉਹ ਤਾਂ ਵੇਖੋ ਸਾਰੀ ਗੱਲ ਨੰਗੀ ਹੋ ਹੀ ਗਈ, ਆਪਣੇ ਸਾਹਮਣੇ ਆ ਹੀ ਗਈ ਹੈ ਕਿ ਬਾਦਲਾਂ ਨੇ PPA ਕੀਤੇ ਸੀਗੇ ਉਹਨਾਂ ਦੇ ਟਾਈਮ ਦੇ ਵਿੱਚ, ਕੁਛ ਥੋੜ੍ਹਾ ਬਹੁਤਾ ਉਹਨਾਂ ਦੇ ਟਾਈਮ ਕੈਪਟਨ ਦੇ ਟਾਈਮ ਦੇ ਵਿੱਚ ਹੋਇਆ ਸੀ, ਬਾਕੀ ਬਾਹਲੇ ਜਿਹੜੇ PPA ਹੋਏ ਆ ਉਹ ਅਕਾਲੀ ਦਲ ਦੇ ਭਾਜਪਾ ਦੀ ਸਰਕਾਰ ਦੇ ਸਮੇਂ ਵਿੱਚ ਹੀ ਹੋਏ ਆ, ਤੇ ਵਿੱਤ ਮੰਤਰੀ ਵੀ ਉਦੋਂ ਮਨਪ੍ਰੀਤ ਬਾਦਲ ਜੀ ਸੀਗੇ, ਤੇ ਇਹਨਾਂ ਦੀ ਮਤਲਬ ਪੂਰੀ ਉਹਦੇ ਵਿੱਚ ਸਾਰੀ ਇਨਵੋਲਵਮੈਂਟ ਹੈਗੀ ਹੈ। ਵਿੱਤ ਮੰਤਰੀ ਦੀ ਹੁੰਦੀ ਹੈ ਜਦੋਂ ਕਿਸੇ ਵੀ ਪਾਰਟੀ ਦੇ ਨਾਲ ਆਪਾਂ ਸਮਝੌਤਾ ਕਰਨਾ ਹੈ, ਤਾਂ ਉੱਥੇ ਵਿੱਤੀ ਸਾਧਨ ਜਿਹੜੇ ਵੇਖਣੇ ਪੈਂਦੇ ਆ, ਤਾਂ ਸਾਰੇ ਉਹ ਵਿੱਤੀ ਸਾਧਨ ਸਾਡੇ ਵੇਚੇ ਗਏ ਆ। ਸੋ ਆਪਾਂ ਨੂੰ ਸਾਰੀ ਗੱਲ ਉਹ ਨੰਗੀ ਹੋ ਚੁੱਕੀ ਹੈ ਕਿ ਕੈਪਟਨ ਸਾਹਿਬ ਤੇ ਬਾਲ ਸਾਹਿਬ ਦੀ ਤੇ BJP ਦੀ ਇੱਕੋ ਹੀ ਗੱਲ ਸੀਗੀ ਇਹਨਾਂ ਦੀ। ਉਹ ਉਦੋਂ ਕੋਈ ਸਮਝੌਤੇ ਜਿਹੜੇ ਆ ਰੱਦ ਕਰਨ ਵਾਲੀ ਗੱਲ ਆ ਉਹ ਤਾਂ ਐਵੇਂ ਕਾਗਜ਼ਾਂ ਦੇ ਵਿੱਚ ਹੀ ਸੀ, ਲੋਕਾਂ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਸੀ। ਪਰ ਮੈਂ ਹੁਣ ਇਹ ਸਮਝਦਾ ਕਿ ਜਿਹੜਾ ਸਰਕਾਰ ਨੇ ਹੁਣ ਜਿਹੜਾ ਸਟੈਂਡ ਲਿਆ, ਜਿਹੜੇ 2-3 ਇਹਨਾਂ ਨੇ ਪੁਆਇੰਟ ਲਏ ਆ, ਕਿ ਇੱਕ ਤਾਂ ਜਿਹੜਾ PPA ਦਾ ਕਰਨ ਦਾ ਮੁੱਖ ਮੇਨ ਸੀਗਾ ਮੁੱਦਾ ਉਹ ਇਹ ਸੀਗਾ ਕਿ ਵੀ ਲੋਕਾਂ ਨੂੰ ਸਸਤੀ ਤੇ ਟਿਕਾਊ ਬਿਜਲੀ ਦੇਣੀ ਹੈ। ਦੂਸਰਾ ਉਹਦੇ ਵਿੱਚ ਇਹ ਸੀਗਾ ਕਿ ਇਹ ਕੰਪਨੀਆਂ ਜਿਹੜੀਆਂ
ਇਹ ਡਿਫਾਲਟਰ ਨਾ ਹੋਣ ਲੈਣ ਦੇਣ ਦੇ ਵਿੱਚ ਸਾਰਾ ਬੈਂਕਾਂ ਦਾ ਚਾਹੇ ਕੋਈ ਪ੍ਰਾਈਵੇਟ ਹੈ ਉਹਨਾਂ ਦਾ ਉਹ ਇਹ ਮਤਲਬ ਨਾ ਤਾਂ ਇਹ ਸਸਤੀ ਬਿਜਲੀ ਦੇ ਸਕੇ ਨਾ ਇਹ ਟਿਕਾਊ ਦੇ ਸਕੇ। ਆਪਾਂ ਵੇਖਿਆ ਹੀ ਹੈ ਪੈਡੀ ਸੀਜ਼ ਦੇ ਵਿੱਚ ਤਲਵੰਡੀ ਸਾਬੋ ਵਾਲੇ ਨੇ ਕਿਵੇਂ ਜਲੂਸ ਕੱਢਿਆ ਤੇ ਦੂਜਾ ਇਹ ਜਿਹੜੀਆਂ ਕੰਪਨੀਆਂ ਇਹ ਡਿਫਾਲਟਰ ਜਿਹੜੀਆਂ ਹੋ ਗਈਆਂ ਸੋ ਜਿਹੜੇ ਅਰਕੀ ਇਹਨਾਂ ਨੇ 2-3 ਪੁਆਇੰਟ ਬਣਾਏ ਹੈ ਉਹ ਮਤਲਬ ਪਾਏਦਾਰ ਹੈ ਮਤਲਬ ਇਹਨਾਂ ਨੂੰ ਸਮਝੌਤਾ ਰੱਦ ਕਰਨ ਵਾਸਤੇ। ਪਰ ਹੁਣ ਜਦੋਂ ਰਿਪਲਾਈ ਦੇਣਾ ਉੱਥੇ ਹਾਈ ਕੋਰਟ ਦੇ ਵਿੱਚ ਤੇ ਜੇ ਰਿਪਲਾਈ ਦੇਣ ਦੇ ਵਿੱਚ ਅਧਿਕਾਰੀ ਜਿਹੜੇ ਆ ਫਿਰ ਕੋਈ ਨਾ ਕੋਈ ਉਹ ਘੁੰਡੀ ਛੱਡ ਗਏ ਤਾਂ ਫਿਰ ਇਹ ਸਾਡੇ ਵਾਸਤੇ ਖਤਰੇ ਦੀ ਘੰਟੀ ਹੋ ਸਕਦੀ ਹੈ। ਫਿਰ ਇਹ ਸਰਕਾਰ ਨੂੰ ਵੀ ਜਿਹੜੀ ਹੈ ਇਹ 3 ਰੁਪਏ ਬਿਜਲੀ ਜਿਹੜੀ ਸਸਤੀ ਕਰਨੀ ਕੋਈ ਇਹ ਐਡਾ ਸੌਖਾ ਕੰਮ ਨਹੀਂ ਹੈ। ਜੇਕਰ ਉਧਰੋਂ ਅਸੀਂ ਜੇ ਕਿਸੇ ਗੱਲੋਂ ਮਾਰ ਖਾ ਜਾਂਦੇ ਹਾਂ ਤਾਂ ਫਿਰ ਐਡਾ ਖੱਪਾ ਜਿਹੜਾ ਜਾਂ 3300 ਕਰੋੜ ਦਾ ਜਾਂ 3400 ਕਰੋੜ ਦਾ ਹੈ ਉਹ ਕੋਈ ਉਹਨੂੰ ਭਰਪਾਈ ਕਰਨੀ ਉਹਦੀ ਕੋਈ ਸੌਖੀ ਨਹੀਂ ਹੈ। ਪਰ ਇਹ ਜਿਹੜੀ ਹੁਣ ਰਿਪਲਾਈ ਦੇਣੀ ਹੈ ਉਹ ਰਿਪਲਾਈ ਜਿਹੜੀ ਹੈ ਉਹ ਵਧੀਆ ਢੰਗ ਦੇ ਨਾਲ ਤੇ ਪਾਏਦਾਰ ਢੰਗ ਦੇ ਨਾਲ ਦਿੱਤੀ ਜਾਵੇ ਤਾਂ ਫਿਰ ਅਸੀਂ ਜਿਹੜਾ ਸਟਰੋਂਗ ਹੋ ਕੇ ਨਿਕਲਦੇ ਹਾਂ ਉੱਥੋਂ ਤੇ ਕੰਪਨੀਆਂ ਨੂੰ ਮਜਬੂਰਨ ਫਿਰ ਜਿਹੜੀ ਹੈਗੀ ਹੈ ਉਹ ਬਿਜਲੀ ਸਾਨੂੰ ਸਸਤੀ ਦੇਣੀ ਪਊਗੀ ਜਦੋਂ ਉਹਨਾਂ ਨੇ ਨਾਲ ਜਿਹੜੇ ਐਗਰੀਮੈਂਟ ਗਲਤ ਹੋਇਆ ਉਹ ਠੀਕ ਹੋ ਗਏ। ਸੰਧੂ ਸਾਹਿਬ ਜਿਵੇਂ ਇਹ ਗੱਲ ਚੱਲਦੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਕੁਛ ਨਹੀਂ ਕੀਤਾ, ਹੁਣ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਦੇ ਆ ਉਸ ਤੋਂ ਬਾਅਦ ਕਾਫੀ ਚਰਚਾ ਲੋਕਾਂ 'ਚ ਆਉਂਦੀ ਹੈ ਵੀ ਚੰਨੀ ਸਾਹਿਬ ਕਾਫੀ ਚੰਗਾ ਕਰ ਰਹੇ ਹੈ। ਤੁਸੀਂ ਹੁਣ ਫੈਡਰੇਸ਼ਨ ਦੇ ਤੌਰ ਤੇ ਵਿਚਰਦੇ ਹੋ, ਲੋਕਾਂ ਦੇ ਹੱਕਾਂ ਲਈ ਗੱਲ ਕਰਦੇ ਹੋ, ਤੁਸੀਂ ਤੁਹਾਡੇ ਤੋਂ ਜੇ ਪੁੱਛਣਾ ਹੋਵੇ ਐਜ਼ ਏ ਨਾਗਰਿਕ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਚੰਨੀ ਦੀ ਕਾਰਗੁਜ਼ਾਰੀ ਨੂੰ ਹੁਣ ਤੱਕ? ਦੇਖੋ ਜੀ ਗੱਲ ਇਹ ਹੈ ਵੀ ਕੈਪਟਨ ਦੇ ਨਾਲੋਂ ਫਰਕ ਤਾਂ ਥੋੜਾ ਹੈ ਕਿ ਉਹ ਤਾਂ ਆਪਦੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਨਹੀਂ ਮਿਲਦੇ ਸੀਗੇ ਤੇ ਇਹ ਚਲੋ ਇਹ ਹੈ ਵੀ ਇਹ ਜਿਹੜੇ ਚੰਨੀ ਸਾਹਿਬ ਹੈ ਇਹ ਆਮ ਲੋਕਾਂ ਨੂੰ ਮਿਲਦੇ ਆ ਤੇ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਪਰ ਲੋਕਾਂ ਦੇ ਵਿੱਚ ਲੋਕਾਂ ਨੂੰ ਜੱਫੀਆਂ ਪਾਉਣ ਦਾ ਜਾਂ ਲੋਕਾਂ ਦੇ ਨਾਲ ਵਿਚਰਨ ਦੇ ਨਾਲ ਇਹ ਲੋਕਾਂ ਦੇ ਜਿਹੜਾ ਉਹ ਜਿਹੜੀ ਭੁੱਖ ਦਾ ਨਹੀਂ ਨਾ ਮਰਦੀ, ਲੋਕਾਂ ਦੀ ਜਿਹੜੀਆਂ ਉਹ ਲੋੜਾਂ ਤਾਂ ਪੂਰੀਆਂ ਹੁੰਦੀਆਂ ਵੀ ਇੱਕ ਆਪਾਂ ਕਿਸੇ ਨੂੰ ਪਿੰਡ ਚਲੇ ਗਏ, ਕਿਸੇ ਦੇ ਪੈਰੀ ਹੱਥ ਲਾਤੇ, ਕਿਸੇ ਨੂੰ ਜੱਫੀ ਪਾ ਲਈ, ਕਿਸੇ ਨੂੰ ਚੱਕ ਕੇ ਥਾਲ ਤੋਂ ਰੋਟੀ ਫੜਾਤੀ, ਇਹ ਤਾਂ ਵੇਖੋ ਇੱਕ ਸਿਆਸੀ ਸਟੰਟ ਹੁੰਦੇ ਆ। ਜਿਹੜਾ ਗਰਾਊਂਡ ਦੇ ਉੱਤੇ ਕੰਮ ਕਰਨਾ ਜੇ ਲੋਕਾਂ ਨੂੰ ਕੋਈ ਸਹੂਲਤਾਂ ਦੇਣੀਆਂ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਵਿੱਤੀ ਹਿਸਾਬ ਤਾਂ ਲਾਉਣਾ ਪੈਣਾ ਸਾਨੂੰ ਕਿ ਸਾਡੇ ਸਿਰ ਕਿੰਨਾ ਕਰਜ਼ਾ ਹੈ, ਕਿੰਨਾ ਅਸੀਂ ਵਿਆਜ ਦੇ ਰਹੇ ਹਾਂ, ਕਿੰਨੀ ਸਾਨੂੰ ਆਮਦਨ ਹੈ, ਕਿੱਥੋਂ ਸਾਨੂੰ ਪੈਸਾ ਕਿੱਥੋਂ ਆ ਰਿਹਾ ਸਹੀ ਢੰਗ ਦੇ ਨਾਲ, ਕਿੱਥੇ ਸਹੀ ਢੰਗ ਦੇ ਨਾਲ ਨਹੀਂ ਆ ਰਿਹਾ ਹੈਗਾ। ਸੋ ਇਸ ਕਰਕੇ ਵੀ ਹੁਣ ਚੋਣਾਂ ਨੇੜੇ ਆਉਣ ਦੇ ਕਰਕੇ ਵੀ ਜਿਹੜੇ ਹੈ ਮਤਲਬ ਚੰਨੀ ਸਾਹਿਬ ਇਹ ਜਿਹੜਾ ਕਰ ਰਹੇ ਹੈ ਐਜ ਏ ਮੁੱਖ ਮੰਤਰੀ ਤੇ ਪਰ ਇਸ ਤੋਂ ਪਹਿਲਾਂ ਵੀ ਤਾਂ ਇਹ ਜਿਹੜੇ ਹੈਗੇ ਹੈ ਉੱਚ ਸਿੱਖਿਆ ਮੰਤਰੀ ਰਹੇ ਹੈਗੇ ਹੈ, ਉਦੋਂ ਤਾਂ ਇਹ ਇੰਨੇ ਸਰਕਾਰ ਹੈ ਨਹੀਂ ਸੀਗੇ, ਉਦੋਂ ਤਾਂ ਆਪਾਂ ਕਦੇ ਵੇਖਿਆ ਨਹੀਂ ਵੀ ਚੰਨੀ ਸਾਹਿਬ ਗਲੀਆਂ 'ਚ ਤੁਰੇ ਫਿਰਦੇ ਆ ਜਾਂ ਬਾਜ਼ਾਰਾਂ 'ਚ ਤੁਰੇ ਫਿਰਦੇ ਆ ਜਾਂ ਘਰਾਂ 'ਚ ਤੁਰੇ ਫਿਰਦੇ ਆ, ਤਕਨੀਕੀ ਸਿੱਖਿਆ ਮੰਤਰੀ ਹਾਂ ਜੀ ਤੇ ਉਦੋਂ ਵੀ ਤਾਂ ਇਹ ਮੰਤਰੀ ਸੀਗੇ ਹੀ ਨਾ। ਹੁਣ ਮਤਲਬ ਜੋ ਇਹ ਕਰ ਰਹੇ ਹੈਗੇ ਹੈ ਉਹ ਇੱਕ ਮੈਂ ਤਾਂ ਇਹ ਵੇਖਦਾ ਵੀ ਇੱਕ ਸਿਆਸੀ ਸਟੰਟ ਹੈ ਵੀ ਮਹੀਨਾ 2 ਮਹੀਨੇ ਚੱਲ ਗਲੀਆਂ 'ਚ ਘੁੰਮ ਫਿਰ ਲਓ ਫਿਰ 5 ਸਾਲ ਮੌਜੇ ਲੈਣੀਆਂ। ਜਦੋਂ ਆਪਾਂ ਦੇਖਦੇ ਹਾਂ ਨਾ ਮਤਲਬ ਸਾਰੀਆਂ ਸਿਆਸੀ ਪਾਰਟੀਆਂ ਐਲਾਨ ਕਰਦੀਆਂ ਤੁਹਾਨੂੰ ਆਟਾ ਦਾਲ ਦੇਵਾਂਗੇ, ਫਿਰ ਕੈਪਟਨ ਸਾਹਿਬ ਕਹਿੰਦੇ ਵੀ ਅਸੀਂ ਨਾਲ ਖੰਡ ਤੇਲ ਹੋਰ ਵੀ ਬਹੁਤ ਸਮਾਨ ਦੇਵਾਂਗੇ, ਫਿਰ ਬਿਜਲੀ ਫ੍ਰੀ ਦੀ ਗੱਲ ਹੁੰਦੀ ਹੈ, ਕੋਈ ਰੁਜ਼ਗਾਰ ਆ ਜਿਵੇਂ ਪੱਕਾ ਉਹਦੀ ਕੋਈ ਗੱਲ ਨਹੀਂ। ਹੁਣ ਤੁਸੀਂ ਸਿੱਖਿਆ ਬਹੁਤ ਮਹਿੰਗੀ ਹੈ, ਕੌਨਵੈਂਟ ਸਕੂਲ ਲੁੱਟ ਖਾ ਗਏ ਲੋਕਾਂ ਨੂੰ, ਉਹ 'ਤੇ ਕੋਈ ਕੰਟਰੋਲ ਨਹੀਂ ਸਰਕਾਰ ਦਾ, ਸਰਕਾਰੀ ਸਕੂਲਾਂ 'ਚ ਉਸ ਲੈਵਲ ਦੀ ਪੜ੍ਹਾਈ ਹੈ ਨਹੀਂ ਤਾਂ ਸਰਕਾਰੀ ਹਸਪਤਾਲ 'ਚ ਇਲਾਜ ਹੈ ਨਹੀਂ। ਜਿਹੜੀ ਮੁਫਤ ਸਿਹਤ ਦੀ ਜਾਂ ਮੁਫਤ ਵਧੀਆ ਸਿੱਖਿਆ ਦੀ ਗੱਲ ਜਾਂ ਰੁਜ਼ਗਾਰ ਦੀ ਗੱਲ ਕਿਉਂ ਨਹੀਂ ਹੁੰਦੀ? ਦੇਖੋ ਜੀ ਮੈਂ ਪਹਿਲਾਂ ਵੀ ਗੱਲ ਇਹ ਕਹਿੰਦਾ ਰਿਹਾ ਹੈ ਕਿ ਜਿਹੜੀਆਂ ਚੀਜ਼ਾਂ ਫ੍ਰੀ ਕਰਨ ਵਾਲੀਆਂ ਉਹ ਤਾਂ ਇਹ ਕਰਦੇ ਨਹੀਂ, ਇਹ ਭੱਜ ਕੇ ਬਿਜਲੀ ਨੂੰ ਪੈ ਜਾਂਦੇ ਆ, ਬਿਜਲੀ ਫ੍ਰੀ ਕਰ ਦਿਆਂਗੇ ਜੀ, ਤੁਹਾਨੂੰ ਆਟਾ ਦਾਲ ਦੇ ਦਿਆਂਗੇ ਜੀ। ਤੁਸੀਂ ਸਭ ਤੋਂ ਪਹਿਲਾਂ ਲੋਕਾਂ ਨੂੰ ਰੁਜ਼ਗਾਰ ਦਿਓ, ਰੁਜ਼ਗਾਰ ਜੇ ਲੋਕਾਂ ਦੇ ਕੋਲੇ ਹੋਊਗਾ ਉਹ ਆਟਾ ਵੀ ਖਰੀਦ ਲੂਗਾ, ਦਾਲ ਵੀ ਖਰੀਦ ਲੂਗਾ, ਖੰਡ ਵੀ ਖਰੀਦ ਲੂਗਾ, ਘਿਓ ਵੀ ਖਰੀਦ ਲੂਗਾ, ਕੱਪੜਾ ਵੀ ਖਰੀਦ ਲੂਗਾ, ਬਿਜਲੀ ਵੀ ਖਰੀਦ ਲੂਗਾ, ਸਫ਼ਰ ਵੀ ਕਰ ਲੂਗਾ ਸਰਕਾਰੀ ਬੱਸਾਂ ਤੇ ਪ੍ਰਾਈਵੇਟ ਤੇ। ਉਹ ਦੂਜਾ ਜਿਹੜੀ ਕੋਈ ਫ੍ਰੀ ਦੇਣਾ ਤਾਂ ਫਿਰ ਤੁਸੀਂ ਸਿਹਤ ਸਿੱਖਿਆ ਦਿਓ, ਜੋ ਫ੍ਰੀ ਦੇਣਾ ਤਾਂ ਉਹਨੂੰ ਲੋਕਾਂ ਨੂੰ ਵਿੱਦਿਆ ਦਿਓ, ਲੋਕ ਪੜ੍ਹ ਕੇ ਸਿਆਣੇ ਹੋਣ ਤੇ ਉਹ ਆਪਦਾ ਰੁਜ਼ਗਾਰ ਦੇ ਕਾਬਲ ਬਣਨ। ਸੋ ਇਸ ਕਰਕੇ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਦੇ ਉੱਤੇ ਚੱਲਦੀਆਂ। ਕਾਰਪੋਰੇਟ ਘਰਾਣੇ ਜਿਹੜੇ ਆ ਉਹ ਨਹੀਂ ਚਾਹੁੰਦੇ ਕਿ ਲੋਕ ਪੜ੍ਹ ਲਿਖ ਕੇ ਸਿੱਖਿਅਤ ਹੋਣ ਤੇ ਉਹ ਚਾਹੁੰਦੇ ਆ ਕਿ ਸਾਨੂੰ ਜਿਹੜੀ ਹੈ ਮਤਲਬ ਸਸਤੀ ਜਿਹੜੀ ਹੈ ਮਜ਼ਦੂਰੀ ਉਹ ਸਾਨੂੰ ਮਿਲਦੀ ਰਹੇ ਤੇ ਸਾਡੇ ਕਾਰੋਬਾਰ ਜਿਹੜੇ ਆ ਵਾਧੇ ਫੁੱਲਦੇ ਰਹਿਣ। ਸੋ ਇਸ ਕਰਕੇ ਕੱਲਾ ਆਟਾ ਦਾਲ ਦੇਣ ਦੇ ਨਾਲ ਜਾਂ ਬਿਜਲੀ ਫ੍ਰੀ ਕਰਨ ਦੇ ਨਾਲ ਜਾਂ ਬਿਜਲੀ ਸਸਤੀ ਕਰਨ ਦੇ ਨਾਲ ਲੋਕਾਂ ਦੇ ਮਸਲੇ ਜਿਹੜੇ ਹੱਲ ਨਹੀਂ ਹੋ ਜਾਣੇ। ਉਹ ਲੋਕਾਂ ਨੂੰ ਸਿਹਤ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਉਹ ਇਹਨਾਂ ਨੂੰ ਹਸਪਤਾਲਾਂ ਦੇ ਵਿੱਚ ਸਰਕਾਰੀ ਦੇ ਵਿੱਚ
ਇਹਨਾਂ ਨੂੰ ਪੂਰੀਆਂ ਸਹੂਲਤਾਂ ਉੱਥੇ ਦੇਣੀਆਂ ਚਾਹੀਦੀਆਂ ਹੈਗੀਆਂ। ਜਦੋਂ ਇੱਕ ਪ੍ਰਾਈਵੇਟ ਬੰਦਾ ਵਧੀਆ ਸਰਕਾਰੀ ਪ੍ਰਾਈਵੇਟ ਹਸਪਤਾਲ ਵਧੀਆ ਚਲਾ ਸਕਦਾ ਹੈ ਤਾਂ ਸਰਕਾਰ ਜਿਹੜੀ ਆ ਕਿਉਂ ਨਹੀਂ ਚਲਾ ਸਕਦੀ। ਸੋ ਇਸ ਕਰਕੇ ਇਹਨਾਂ ਗੱਲਾਂ ਵੱਲ ਜਿਹੜਾ ਉਹ ਧਿਆਨ ਜਿਹੜਾ ਦੇਣਾ ਚਾਹੀਦਾ। ਜੇ ਪ੍ਰਾਈਵੇਟ ਸਕੂਲ ਮਾਲਕ ਜਿਹੜਾ ਵਧੀਆ ਚਲਾ ਸਕਦਾ ਹੈ ਤਾਂ ਫਿਰ ਜਿਹੜੀ ਸਰਕਾਰ ਵਧੀਆ ਕਿਉਂ ਨਹੀਂ ਚਲਾ ਸਕਦੀ ਉਹਨਾਂ ਨੂੰ। ਸੋ ਇਸ ਕਰਕੇ ਉਹ ਵੀ ਤਾਂ ਬੰਦੇ ਹੀ ਹੈ ਤੇ ਸੋ ਇਸ ਕਰਕੇ ਸਰਕਾਰ ਨੂੰ ਇੱਛਾ ਸ਼ਕਤੀ ਦੀ ਲੋੜ ਹੈ। ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਜੇ ਸਰਕਾਰ ਦੀ ਮਨਸ਼ਾ ਹੋਵੇ ਤਾਂ ਸਰਕਾਰ ਤਾਂ ਸੁੱਕੇ ਅੰਬਰ ਮੀਂਹ ਪਵਾ ਦਿੰਦੀ ਹੈ ਤੇ ਸਰਕਾਰ ਦੀ ਮਨਸ਼ਾ ਹੋਵੇ ਮੀਂਹ ਪੈਂਦਾ ਹੋਵੇ। ਤੁਸੀਂ ਆਪਾਂ ਵੇਖਦੇ ਹਾਂ ਕਈ ਵਾਰ ਕਿ ਉੱਥੇ ਕ੍ਰਿਕਟ ਦਾ ਉਹ ਆਪਣਾ ਮੈਚ ਹੋਣਾ ਸੀ ਤੇ ਮੀਂਹ ਪੈਣ ਦੀ ਸੰਭਾਵਨਾ ਸੀ ਤੇ ਜਿਹੜੀ ਹੈ ਸਰਕਾਰ ਨੇ ਉਹ ਮੀਂਹ ਖੜਾਤਾ, ਬੱਦਲ ਹੀ ਖੜਾਤੇ ਉਹਦੇ ਨਾਲ। ਤੇ ਸੋ ਇਸ ਕਰਕੇ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਤਾਂ ਸਰਕਾਰ ਬਹੁਤ ਕੁਝ ਕਰ ਸਕਦੀ ਹੈ। ਅੱਛਾ, ਤੁਸੀਂ ਜਦੋਂ ਇੱਥੇ ਫੈਡਰੇਸ਼ਨ ਦੇ ਤੌਰ ਤੇ ਵਿਚਰਦੇ ਹੋ, ਤੁਹਾਡੀ ਮਨਪ੍ਰੀਤ ਬਾਦਲ ਨਾਲ ਬਹੁਤ ਲੱਗਦੀ ਹੈ। ਕੀ ਕਾਰਨ ਇਹਦੇ ਪਿੱਛੇ ਤੁਸੀਂ ਉਹਨਾਂ ਦੇ ਖਿਲਾਫ ਕਾਫੀ ਪ੍ਰਦਰਸ਼ਨ ਕਰਦੇ ਹੋ? ਕਿਵੇਂ ਤੁਹਾਨੂੰ ਵਿੱਤ ਮੰਤਰੀ ਪਸੰਦ ਨਹੀਂ? ਨਹੀਂ ਵੇਖੋ, ਮੇਰੀ ਵਿੱਤ ਮੰਤਰੀ ਮੈਂ ਤਾਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਕਿ ਇਹ ਮਤਲਬ ਜਦੋਂ ਕੋਈ ਬੰਦਾ ਮਿਨਿਸਟਰ ਬਣਦਾ ਜਾਂ ਕੋਈ ਮੁੱਖ ਮੰਤਰੀ ਬਣਦਾ ਜਾਂ ਕੋਈ MLA ਬਣਦਾ ਜਾਂ ਕੋਈ ਚੇਅਰਮੈਨ ਬਣਦਾ ਤਾਂ ਉਹ ਉੱਤੇ ਬਖਸ਼ਿਸ਼ ਹੁੰਦੀ ਆ ਪ੍ਰਮਾਤਮਾ ਦੀ। ਮੇਰੀ ਉਹਨਾਂ ਦੇ ਨਾਲ ਨਿੱਜੀ ਦਾ ਕੋਈ ਨਹੀਂ ਹੈ। ਮੈਂ ਜੇ ਮਨਪ੍ਰੀਤ ਬਾਦਲ ਨੂੰ ਮਤਲਬ ਕੋਈ ਮੈਨੂੰ ਉਹਦੇ ਨਾਲ ਕੋਈ ਅਲਰਜੀ ਨਹੀਂ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਪਰ ਸਾਨੂੰ ਤਾਂ ਉਹਦੇ ਨਾਲ ਸਾਡੀ ਲੜਾਈ ਉਹਦੇ ਨਾਲ ਇਹੀ ਹੈ ਕਿ ਜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਚੋਣ ਮੈਨੀਫੈਸਟੋ 2017 ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ, ਇੱਕ ਬਠਿੰਡੇ ਵਾਸੀਆਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ, ਕੂੜਾ ਡੰਪ ਦਾ ਵਾਅਦਾ ਕੀਤਾ ਸੀਗਾ, ਉਹ ਜਿਉਂ ਦਾ ਤਿਉਂ ਉੱਥੇ ਹੈ, ਲੋਕ ਉਵੇਂ ਉਹ ਦੁਖੀ ਹੈ। ਉਹਨਾਂ ਨੇ ਸਾਡੇ ਨਾਲ ਥਰਮਲ ਦਾ ਵਾਅਦਾ ਕੀਤਾ ਸੀਗਾ, ਥਰਮਲੋਂ ਯੂ ਟਰਨ ਲੈ ਗਏ। ਚਲ ਅਸੀਂ ਕਹਿੰਦੇ ਆ ਵੀ ਜੇ ਉਹਨਾਂ ਦੇ ਮੁਤਾਬਕ ਵੀ ਇਹ ਮਹਿੰਗਾ ਪੈਂਦਾ ਸੀ ਇਹਨੂੰ ਘੱਟ ਚਲਾ ਲੈਂਦੇ, ਬੰਦ ਕਰ ਦਿੰਦੇ, ਪਰ ਇਹਨੂੰ ਢਾਉਂਦੇ ਤਾਂ ਨਾ। ਮਹਿੰਗਾ ਪੈਂਦਾ ਸੀ ਕਹਿੰਦੇ ਨਾ ਮਹਿੰਗਾ ਪੈਂਦਾ ਸੀ, ਅਸੀਂ ਨਹੀਂ ਕਹਿੰਦੇ ਮਹਿੰਗਾ ਪੈਂਦਾ ਸੀ। ਅਸੀਂ ਤਾਂ ਇਹਨਾਂ ਨੂੰ ਚੈਲੰਜ ਕੀਤਾ ਹੋਇਆ, RTI ਪਾ ਕੇ ਦੱਸਿਆ ਹੋਇਆ ਵੀ ਇੰਨੇ ਰੁਪਏ ਬਿਜਲੀ ਪੈਂਦੀ ਹੈ ਇਹਦੀ। ਸੋ ਇਸ ਕਰਕੇ ਮੇਰੀ ਉਹਨਾਂ ਦੇ ਨਾਲ ਨਿੱਜੀ ਕੋਈ ਨਹੀਂ ਹੈ। ਪਰ ਮੈਨੂੰ ਹੁਣ ਐਂ ਲੱਗਿਆ ਵੀ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਮੇਰੀ ਬਦਲੀ ਦੇ ਵਾਸਤੇ ਪਹਿਲਾਂ ਰਿਕਮੈਂਡੇਸ਼ਨ ਕੀਤੀ, ਕਹਿੰਦੇ ਜੀ ਫਾਜ਼ਿਲਕਾ ਲਾ ਦਿਓ ਜਾਂ ਇਹਨਾਂ ਨੂੰ ਗੁਰਦਾਸਪੁਰ ਲਾ ਦਿਓ। ਵੇਖੋ ਜੀ, ਜੇ ਆਪਾਂ ਲੋਕ ਹਿੱਤ ਦੇ ਵਿੱਚ ਕੋਈ ਕਿਸੇ ਕਰਮਚਾਰੀ ਦੀ ਅਧਿਕਾਰੀ ਦੀ ਬਦਲੀ ਕਰਨੀ ਹੈ ਤਾਂ ਆਪਾਂ ਇੱਕ ਸਟੇਸ਼ਨ ਹੀ ਰਿਕਮੈਂਡ ਕਰਦੇ ਹਾਂ। ਉਹਨਾਂ ਨੇ ਮੇਰੇ ਵਾਸਤੇ 2 ਕਰਤੇ, ਦੋਨੇ ਪਾਕਿਸਤਾਨ ਦੇ ਨਾਲ ਲੱਗਦੇ ਆ। ਦੂਜੀ ਗੱਲ, ਉਹਨਾਂ ਨੇ ਹੁਣ ਜਿਹੜੀ 26/10 ਨੂੰ ਰਿਕਮੈਂਡੇਸ਼ਨ ਕੀਤੀ ਆ, ਮੇਰੇ ਕੋਲ ਸਾਰੇ ਉਹ ਡਾਕੂਮੈਂਟ ਹੈਗੇ ਆ ਤੇ ਉਹ ਉਹਨਾਂ ਨੇ ਹੁਣ ਕਹਿੰਦਾ ਵੀ ਇਹਨੂੰ ਬਠਿੰਡੇ ਜ਼ਿਲ੍ਹੇ ਤੋਂ ਬਾਹਰ ਲਾ ਦਿਓ। ਮਤਲਬ ਇਹ ਮੈਨੂੰ ਇਹਨਾਂ ਗੱਲਾਂ ਤੋਂ ਆਏ ਆ ਵੀ ਹੁਣ ਜਿਵੇਂ ਉਹ ਮੇਰੇ ਨਾਲ ਨਿੱਜੀ ਕੋਈ ਗੱਲ ਕੱਢ ਰਹੇ ਹੁੰਦੇ ਹੈਗੇ ਆ। ਤੁਸੀਂ ਜਿਹੜਾ ਪਬਲਿਕ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਡੰਪ ਦੀ ਚਾਹੇ ਥਰਮਲ ਦੀ, ਉਹ ਚੱਕੀਆਂ? ਹਾਂਜੀ, ਸਮੱਸਿਆ ਮਤਲਬ ਪਰਸਨਲ ਤਾਂ ਕੋਈ ਨਹੀਂ ਹੈਗੀ? ਪਰਸਨਲ ਸਾਡੀ ਕੋਈ ਨਹੀਂ ਹੈਗੀ। ਵੇਖੋ ਹੁਣ ਜਿਵੇਂ ਮੁਲਾਜ਼ਮਾਂ ਦੇ ਪੇ ਕਮਿਸ਼ਨ ਦੀ ਗੱਲ ਹੈ, ਇਹ ਮਤਲਬ ਪਹਿਲੀ ਵਾਰ ਹੋਇਆ ਜਦੋਂ ਤੋਂ ਜਿਹੜਾ ਪੇ ਕਮਿਸ਼ਨ ਬੈਠਣੇ ਸ਼ੁਰੂ ਹੋਇਆ, 5ਵਾਂ 6ਵਾਂ ਪੇ ਕਮਿਸ਼ਨ ਹੈ ਇਹ ਤੇ ਆਜ਼ਾਦੀ ਤੋਂ ਬਾਅਦ। ਤੇ ਇਹ ਜਿਹੜੇ ਪੇ ਕਮਿਸ਼ਨ ਆਇਆ, ਵੇਖੋ ਇਹ ਪਹਿਲੀ ਵਾਰ ਹੋਇਆ ਕਿ ਅੱਗੇ ਜਦੋਂ ਵੀ ਕੋਈ ਨੋਟੀਫਿਕੇਸ਼ਨ ਹੁੰਦਾ ਜਿਵੇਂ DA ਦਾ, ਸਾਡੇ ਮਹਿੰਗਾਈ ਭੱਤੇ ਦਾ, ਉਹ ਮਤਲਬ ਅੱਜ ਤੋਂ ਪਹਿਲਾਂ ਹਜ਼ਾਰਾਂ ਵਾਰੀ ਹੋ ਚੁੱਕੇ ਆ, ਤਾਂ ਉਹ ਪੈਨਸ਼ਨਰਾਂ ਦਾ ਤੇ EMPLOYE ਦਾ ਇਕੱਠਾ ਹੁੰਦਾ ਸੀਗਾ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਪਹਿਲੀ ਵਾਰ ਐਰਕੀ ਮਤਲਬ ਜਿਹੜਾ ਪੈਨਸ਼ਨਰ ਉਹਨੂੰ ਉਹਦੇ ਵਿੱਚੋਂ ਡੀਲਿੰਗ ਕਰਤਾ। ਜਿਵੇਂ ਪੇ ਕਮਿਸ਼ਨ ਤੋਂ ਬਾਅਦ ਜਿਹੜਾ ਮੈਡੀਕਲ ਭੱਤੇ ਦੀ ਗੱਲ ਹੈ, ਮੈਡੀਕਲ ਭੱਤਾ ਉਹ ਇਹਨਾਂ ਨੇ ਪੈਨਸ਼ਨਰਾਂ ਨੂੰ ਡੀਲਿੰਕ ਕਰਤਾ। ਜਦੋਂ ਲੋਕਾਂ ਨੇ ਰੌਲਾ ਪਾਇਆ, ਅਸੀਂ ਮੁੱਖ ਮੰਤਰੀ ਤੱਕ, ਸਰਕਾਰ ਤੱਕ, ਤੁਹਾਡੇ ਵਰਗੇ ਭਰਾਵਾਂ ਦੇ ਮੀਡੀਆ ਤੱਕ ਜਾ ਕੇ ਰੌਲੇ ਪਾਏ, ਵੱਡੀਆਂ ਰੈਲੀਆਂ ਕੀਤੀਆਂ। ਫਿਰ ਜਾ ਕੇ ਉਹ ਮੁਲਾਜ਼ਮਾਂ ਦੇ ਜਿਹੜਾ ਪੈਨਸ਼ਨਰਾਂ ਨੂੰ DA ਤੇ ਮਹਿੰਗਾਈ ਭੱਤਾ ਦਿੱਤਾ। ਫਿਰ ਹੋਰ ਵੇਖੋ ਤੁਸੀਂ ਕਿ ਕੇਂਦਰ ਸਰਕਾਰ ਨੇ 1/7/2011 ਤੋਂ 21 ਤੋਂ ਜਿਹੜਾ ਆਪਣੇ ਮੁਲਾਜ਼ਮਾਂ ਨੂੰ 11% DA ਜਿਹੜਾ ਦਿੱਤਾ ਉਹਨਾਂ ਨੇ, ਕਿਉਂਕਿ 7/2019 ਤੱਕ 1/7/2019 ਤੱਕ ਜਿਹੜਾ DA ਕੇਂਦਰ ਸਰਕਾਰ ਦਿੰਦੀ ਰਹੀ, ਉਦੋਂ ਤੱਕ ਸਾਡਾ ਜਿਹੜਾ ਸੀਗਾ ਉਹ 17% ਬਣ ਗਿਆ ਸੀ। ਉਦੋਂ ਮਗਰੋਂ ਉਹਨਾਂ ਨੇ ਸਾਨੂੰ 1 ਜਨਵਰੀ 2020 ਚ ਦੇਣਾ ਸੀ, ਫਿਰ 1/7/2020 ਚ ਦੇਣਾ ਸੀ, ਫਿਰ 1/1/2021 ਦੇ ਵਿੱਚ ਦੇਣਾ ਸੀ। ਤਾਂ ਉਹ ਕੇਂਦਰ ਸਰਕਾਰ ਨੇ ਕਰੋਨਾ ਦਾ ਬਹਾਨਾ ਲਾ ਕੇ 3 ਜਿਹੜੀਆਂ ਸਾਡੀਆਂ DA ਦੀਆਂ ਕਿਸ਼ਤਾਂ ਉਹ ਰੋਕ ਲਈਆਂ ਸੀਗੀਆਂ। ਉਹ ਜਿਹੜਾ 11% ਬਣਦਾ ਸੀ DA, ਉਹ ਕੇਂਦਰ ਸਰਕਾਰ ਨੇ 1/7/2021 ਤੋਂ ਜਾਰੀ ਕਰਤਾ। ਤਾਂ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਵੀ ਤੁਹਾਡੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਬਹੁਤ ਵੱਡਾ ਤੋਹਫਾ ਦੇਤਾ ਦੀਵਾਲੀ ਤੋਂ ਪਹਿਲਾਂ, ਤੇ 1/7/2021 ਤੋਂ ਅਸੀਂ ਇਹਨਾਂ ਦਾ ਜਿਹੜਾ ਉਹ ਕਰ ਦਿੱਤਾ ਹੈਗਾ। ਤੇ ਪਰ ਵਿੱਤ ਮੰਤਰੀ ਨੇ ਜਦੋਂ ਉਹ ਕਰਨ ਲੱਗੇ ਸਰਕੂਲਰ, ਉਹਨੂੰ ਚੱਕ ਕੇ ਇੱਕ ਤਾਂ ਪੈਨਸ਼ਨਰਾਂ ਨੂੰ ਉਹ ਚੋਂ ਡੀਲਿੰਕ ਕਰਤਾ ਤੇ ਇੱਕ ਚੱਕ ਕੇ 1/11/2021 ਤੋਂ ਕਰਤਾ। ਉਹ 4 ਮਹੀਨਿਆਂ ਦਾ 18 ਮਹੀਨਿਆਂ ਦਾ ਤਾਂ ਕੇਂਦਰ ਸਰਕਾਰ ਦੱਬੀ ਬੈਠੀ ਆ ਆਪਦੇ ਮੁਲਾਜ਼ਮਾਂ ਦਾ, ਤੇ ਸਰਕਾਰ ਸਾਡਾ ਵੀ ਦੱਬ ਗਈ ਪੰਜਾਬ ਦੇ ਮੁਲਾਜ਼ਮਾਂ ਦਾ, ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਦੱਬ ਗਈਆਂ। ਤੇ ਜਦੋਂ ਹੁਣ ਕੇਂਦਰ ਨੇ 1/7/2021 ਤੋਂ ਦੇਤਾ, ਮੁੱਖ ਮੰਤਰੀ ਨੇ ਵੀ ਕਹਿਤਾ
ਤੇ ਇਹ ਭਲੇ ਮਾਨਸ ਸਾਡੇ ਵਿੱਤ ਮੰਤਰੀ ਨੇ ਇਹਨੂੰ ਚੱਕ ਕੇ 1/11/2021 ਤੋਂ ਕਰਤਾ। ਉਹ ਹੁਣ ਪਤਾ ਲੱਗਿਆ ਕਿ ਲੋਕਾਂ ਨੇ ਫੇਰ ਰੌਲਾ ਪਾਇਆ ਬਹੁਤ ਜ਼ਿਆਦਾ ਤੇ ਧਰਨੇ ਰੈਲੀਆਂ ਤੁਸੀਂ ਵੇਖਿਆ ਹੋਣਾ, ਬਠਿੰਡੇ ਬਹੁਤ ਵੱਡੀ ਰੈਲੀ ਹੋਈ ਇੱਥੇ, ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰ ਇੱਥੇ ਇਕੱਠੇ ਹੋਏ। ਹੁਣ ਪਤਾ ਲੱਗਿਆ ਕਿ ਸ਼ਾਇਦ ਉਹ ਨੋਟਿੰਗ ਲਾ ਕੇ ਤੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਜੋ ਮੈਂ ਐਲਾਨ ਕੀਤਾ ਉਹਦੇ ਮੁਤਾਬਕ ਹੀ ਕਰੋ 1/7 ਤੋਂ। ਸੋ ਇਸ ਕਰਕੇ ਇਹ ਜਿਹੜੀਆਂ ਘਿਰਤਾਂ ਜਿਹੜੀਆਂ ਘੁਣਤਰਾਂ ਇਹ ਜਾਣਬੁੱਝ ਕੇ ਪੈਦਾ ਕਰ ਰਹੇ ਆ, ਜਿਹੜੀਆਂ ਪੇ ਕਮਿਸ਼ਨ ਦੇ ਵਿੱਚ ਤਰੁੱਟੀਆਂ ਪਾਈਆਂ ਹੋਈਆਂ ਕਿ ਜਿਹੜੇ 1/12/2011 ਵਾਲੇ ਮੁਲਾਜ਼ਮਾਂ ਰਿਵੀਜ਼ਨ ਲਈ ਆ ਉਹਨਾਂ ਨੇ, ਉਹਨਾਂ ਨੂੰ ਅਸੀਂ ਹੋਰ ਸਕੇਲ ਦੇਵਾਂਗੇ, ਪੈਨਸ਼ਨਰਾਂ ਨੂੰ ਅਸੀਂ ਹੋਰ ਗਣਾਕ ਦੇਵਾਂਗੇ, ਜਿਹੜੇ ਕਰਮਚਾਰੀ ਆ ਉਹਨਾਂ ਨੂੰ ਅਸੀਂ ਹੋਰ ਗਣਾਕ ਦੇਵਾਂਗੇ, ਜਿਹੜੇ 1/16 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਨੂੰ ਅਸੀਂ ਹੋਰ ਗਣਾਕ ਦੇਵਾਂਗੇ, ਜਿਹੜੇ 7ਵੇਂ ਮਹੀਨੇ 20 ਦੇ ਵਿੱਚ ਭਰਤੀ ਹੋਏ ਆ ਉਹਨਾਂ ਨੂੰ ਅਸੀਂ ਕੇਂਦਰ ਸਰਕਾਰ ਵਾਲੇ ਸਕੇਲ ਦੇਵਾਂਗੇ। ਵੀ ਜਿਨ੍ਹਾਂ ਨੇ ਜਿਹੜੇ ਪਹਿਲੇ 5 ਪੇ ਕਮਿਸ਼ਨ ਹੋਏ ਆ, ਤਰੁੱਟੀਆਂ ਤਾਂ ਉਦੋਂ ਵੀ ਰਹਿੰਦੀਆਂ ਰਹੀਆਂ, ਉਹ ਕਈ ਵਾਰੀ ਇਹ ਹੁੰਦੀਆਂ ਤਰੁੱਟੀਆਂ ਉਦੋਂ ਵੀ ਅਣਜਾਣੇ 'ਚ ਰਹਿ ਜਾਂਦੀਆਂ, ਕੰਮ ਕਰਦੇ ਤੋਂ ਅਣਜਾਣੇ 'ਚ ਗਲਤੀ ਹੋ ਜਾਂਦੀ ਹੈ। ਤੇ ਐਰਕੀ ਇਹਨਾਂ ਨੇ ਵਿੱਤ ਮੰਤਰੀ ਨੇ ਜਾਣ ਬੁੱਝ ਕੇ ਗੁੰਝਲਾਂ ਪਾਈਆਂ ਵਿੱਚ, ਮਤਲਬ ਜਿਹੜੀ ਇਹਦੀ ਰਿਪੋਰਟ ਆ ਇੰਨੀ ਗੁੰਝਲਦਾਰ ਬਣਾਤੀ ਕਿ ਆਮ ਮੁਲਾਜ਼ਮ ਨੂੰ ਸਮਝ ਹੀ ਨਹੀਂ ਆਉਂਦੀ ਮੈਂ ਕਰਾਂ ਕੀ। ਜਿਵੇਂ ਉਹ ਸਿੱਖਿਆ ਵਿਭਾਗ 'ਚ ਹੈਗੇ ਨਾ ਕਈ ਤਰ੍ਹਾਂ ਦੇ ਟੀਚਰ ਸਿੱਖਿਆ ਪ੍ਰੋਵਾਈਡਰ ਫਲਾਣੇ ਆ ਧਮਕੇ ਆ, ਉਸ ਤਰ੍ਹਾਂ ਫਿਰ ਥੋੜਾ ਜਿਹੜਾ ਇਹ ਹੁਣ ਭਰਤੀ ਦਾ ਨਿਯਮ ਹੈਗਾ ਵੱਖਰੇ ਵੱਖਰੇ ਆ, ਪਤਾ ਨਹੀਂ ਲੱਗ ਰਿਹਾ। ਹਾਂਜੀ ਬਿਲਕੁਲ। ਉਹ ਇਹਨਾਂ ਨੇ ਨਾ ਮਤਲਬ ਅੱਗੇ ਵੇਖੋ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਉਦੋਂ ਇੱਕ ਹੁੰਦੇ, ਇੱਕ ਸਾਇੰਸ ਵਾਲਾ ਮਾਸਟਰ ਜੀ, ਇੱਕ ਹਿਸਾਬ ਵਾਲਾ ਮਾਸਟਰ ਜੀ, ਇੱਕ ਪੰਜਾਬੀ ਵਾਲੇ ਭੈਣ ਜੀ, ਹਨਾ ਜੀ, ਇੱਕ ਸਾਇੰਸ ਵਾਲੇ ਭੈਣ ਜੀ ਤੇ ਇੱਕ ਹਿੰਦੀ ਵਾਲੇ ਭੈਣ ਜੀ, ਇਸ ਤਰ੍ਹਾਂ ਹੁੰਦੇ ਸੀਗੇ। ਹੁਣ ਤਾਂ ਉਹ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਕਿਸਮ ਦੇ ਜਿਹੜੇ ਇਹਨਾਂ ਨੇ ਜਿਹੜੇ ਅਧਿਆਪਕ ਹੈ ਉਹ ਪਤਾ ਨਹੀਂ ਕਿੰਨੇ ਕਿਸਮ ਦੇ ਬਣਾ ਤੇ ਕੀ ਕਰਦੇ ਆ, ਸਾਨੂੰ ਤਾਂ ਉਹ ਸਮਝ ਹੀ ਨਹੀਂ ਆਉਂਦੀ ਗੀ। ਤੇ ਉਵੇਂ ਜਿਕਰੀ ਮਾਨਯੋਗ ਵਿੱਤ ਮੰਤਰੀ ਨੇ ਜਿਹੜਾ ਕਿ ਸਾਡੀ ਪੇ ਕਮਿਸ਼ਨ ਦੀ ਰਿਪੋਰਟ ਆ ਇਹਨੂੰ ਇੰਨੀ ਗੁੰਝਲਦਾਰ ਬਣਾਤਾ ਵੀ ਇਹ ਚੰਗੇ ਆਗੂਆਂ ਦੇ ਸਮਝ ਨਹੀਂ ਪੈਂਦੀ ਵੀ ਹੋ ਕੀ ਰਿਹਾ ਜਾਰੇ, ਵੀ ਅਸੀਂ ਆਪਸ਼ਨ ਦਈਏ ਤਾਂ ਦਈਏ ਕਿੱਥੋਂ ਕਿਵੇਂ ਦਈਏ। ਸੋ ਇਸ ਕਰਕੇ ਇਹ ਜਿਹੜਾ ਮੈਂ ਇਕੱਲਾ ਨਹੀਂ ਵਿੱਤ ਮੰਤਰੀ ਦੇ ਮਗਰ, ਮੈਂ ਕੋਈ ਮਗਰ ਨਹੀਂ ਪਿਆ ਹੋਇਆ, ਮੈਂ ਇਕੱਲਾ ਨਹੀਂ ਇਹਨਾਂ ਨੂੰ ਮਤਲਬ ਜਿਹੜਾ ਸਿਆਸੀ ਗਾਲਾਂ ਦੇ ਰਿਹਾ, ਇਹਨਾਂ ਨੂੰ ਹਰ ਮੁਲਾਜ਼ਮ, ਹਰ ਫਰੰਟ ਦੇ ਉੱਤੇ, ਹਰ ਕਿਸਾਨ। ਤੁਸੀਂ ਇਹ ਵੇਖੋ ਹੁਣ ਚੱਲ ਆਪਾਂ ਥੋੜਾ ਜਿਹਾ ਪਾਸੇ ਹੋਏ ਗੱਲ ਕਰਦੇ ਮੁਲਾਜ਼ਮਾਂ ਤੋਂ, ਕਾਂਗਰਸ ਦੇ ਵਿੱਚ ਕਿੰਨੀ ਲੜਾਈ ਪਈ ਹੈ ਮੁੱਖ ਮੰਤਰੀ ਬਣਨ ਦੇ ਪਿੱਛੇ ਵੀ, ਕੈਪਟਨ ਨੂੰ ਹਟਾਉਣ ਦੇ ਪਿੱਛੇ ਵੀ, ਸਿੱਧੂ ਦੇ ਨਾਲ ਵੀ। ਤੇ ਇਹ ਤੁਸੀਂ ਵੇਖ ਲਓ ਮਾਨਯੋਗ ਵਿੱਤ ਮੰਤਰੀ ਜਮਾਂ ਨਹੀਂ ਬੋਲੇ ਕਿਸੇ ਦੇ ਹੱਕ 'ਚ ਨਹੀਂ ਬੋਲੇ। ਇਹਨਾਂ ਨੂੰ ਆਏ ਸੀ ਵੀ ਸਾਰਿਆਂ ਦੇ ਮੋਢੇ 'ਤੇ ਹੱਥ ਰੱਖ ਕੇ ਛਾਲ ਮਾਰ ਕੇ ਮੁੱਖ ਮੰਤਰੀ ਕੁਰਸੀ 'ਤੇ ਮੈਂ ਬਹਿ ਜਾ। ਆਪ ਲੋ ਹੁਣ ਉਹਨਾਂ ਨੂੰ ਬਣਾਉਣਾ ਸੀਗਾ, ਮੁੱਖ ਮੰਤਰੀ ਬਣਾਉਣਾ ਸੀਗਾ, ਤੇ ਰੰਧਾਵਾ ਸਾਹਿਬ ਦੀ ਗੱਲ ਚੱਲੀ, ਜਾਖੜ ਸਾਹਿਬ ਦੀ ਗੱਲ ਚੱਲੀ, ਹੋਰ ਖੱਬੇ ਸੱਜੇ ਚੱਲੇਗਾ ਵੀ ਫਲਾਣੇ ਨੂੰ ਬਣਾ ਦਿਓ, ਫਲਾਣੇ ਨੂੰ ਬਣਾ ਦਿਓ। ਚੁੱਪ ਰਹੇ ਬਿਲਕੁਲ, ਇਹ ਐਂ ਕਹਿੰਦੇ ਹੌਲੀ ਕਿਤੇ ਮੈਨੂੰ ਬਣਾ ਦਿਓ। ਸੋ ਇਸ ਕਰਕੇ ਵੀ ਇਹ ਮਤਲਬ ਜਿਹੜਾ ਮਿਸਕਮੀਨਾ ਬੰਦਾ ਹੁੰਦਾ ਮਾੜਾ ਹੁੰਦਾ ਉਹ। ਸੋ ਇਹ ਸਾਡੀ ਰਾਏ ਹੈ, ਮੇਰੀ ਮਤਲਬ ਮੈਂ ਕੋਈ ਸਿਆਸੀ ਬੰਦਾ ਤਾਂ ਹੈ ਨਹੀਂਗਾ, ਪਰ ਜਦੋਂ ਕੋਈ ਸਟੇਟ ਦੇ ਹੱਕ ਦੇ ਵਿੱਚ ਗੱਲ ਜਾਂਦੀ ਹੋਵੇ, ਲੋਕਾਂ ਦੇ ਹੱਕ ਦੇ ਵਿੱਚ ਗੱਲ ਜਾਂਦੀ ਹੋਵੇ, ਮੇਰੀ ਤਾਂ ਰਾਏ ਹੈ ਸੋਨੀਆ ਗਾਂਧੀ ਜੀ ਨੂੰ ਵੀ, ਰਾਹੁਲ ਗਾਂਧੀ ਜੀ ਨੂੰ, ਪ੍ਰਿਅੰਕਾ ਗਾਂਧੀ ਨੂੰ ਵੀ, ਮੁੱਖ ਮੰਤਰੀ ਚੰਨੀ ਜੀ ਨੂੰ ਵੀ, ਭਾਈ ਇਸ ਵਿੱਤ ਮੰਤਰੀ ਦੇ ਉੱਤੇ ਪੂਰੀ ਜਿਹੜੀ ਅੱਖ ਰੱਖੋ, ਪੂਰੀ ਨਿਗਾਹ ਰੱਖੋ ਇਹਦੇ ਉੱਤੇ। ਇਹ ਮਤਲਬ ਇਹ ਇਸ ਢੰਗ ਦੇ ਨਾਲ ਕੰਮ ਕਰਦੇ ਆ ਵੀ ਕੱਲ੍ਹ ਨੂੰ ਵੋਟਾਂ ਪੈ ਜਾਣ, ਇਹ ਮੁੱਖ ਮੰਤਰੀ ਬਣ ਜੇ, ਪਰ ਇਹ ਬਣਦਾ ਨਹੀਂ। ਇਹ ਅਕਾਲੀ ਦਲ ਦੇ ਖਿਲਾਫ ਵੀ ਬਹੁਤ ਘੱਟ ਬੋਲਦੇ ਆ, ਇਹਨੂੰ ਕੀ ਸਮਝ? ਇਹ ਨਹੀਂ ਬੋਲਦੇ ਨਹੀਂ, ਜੇ ਬੀਜੇਪੀ ਦੇ ਖਿਲਾਫ ਕਿਹੜਾ ਬੋਲਦੇ ਆ? ਤੁਹਾਨੂੰ ਮੈਂ ਦੱਸਿਆ ਵੀ ਇਹ ਕਿਸੇ ਦੇ ਖਿਲਾਫ ਹੀ ਨਹੀਂ ਬੋਲਦੇ, ਇਹ ਤਾਂ ਇਸ ਤਾਕ 'ਚ ਰਹਿੰਦੇ ਆ ਵੀ ਮੈਂ ਸਰਬ ਪ੍ਰਵਾਨਿਤ ਹੋ ਜਾ। ਸਾਰਿਆਂ ਨੂੰ ਲੋਕ ਇਹ ਕਹਿੰਦੇ ਵੀ ਮਨਪ੍ਰੀਤ ਜੀ ਬਹੁਤ ਚੰਗੇ ਆ, ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਨੇ, ਤਾਂ ਉਹਦਾ ਸੁਰਤ ਨਹੀਂ ਜਾਂਦੀ ਹੋਰ ਪਾਸੇ। ਪੰਜਾਬ ਦਾ ਵਿਕਾਸ ਕਿੱਥੇ ਕੀਤਾ ਜੀ ਇਹਨਾਂ ਨੇ? ਇਹਦਾ 4.5 ਸਾਲ ਪੌਣੇ 5 ਸਾਲ ਇਹਨਾਂ ਨੇ ਐਂ ਕਿਹਾ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਕਦੇ ਇਹਨਾਂ ਦੇ ਮੂੰਹੋਂ ਸੁਣਿਆ ਵੀ ਖਜ਼ਾਨਾ ਭਰਿਆ? ਕਦੇ ਇਹ ਹਮੇਸ਼ਾ ਜਦੋਂ ਵੀ ਬੋਲਦੇ ਆ ਕਿ ਖਜ਼ਾਨਾ ਇਜਾਜ਼ਤ ਨਹੀਂ ਦਿੰਦਾ ਜੀ, ਕੋਈ ਨੋਟ ਖਲਾ ਕੇ ਜਾਂਦੀ ਖਜ਼ਾਨਾ ਇਜਾਜ਼ਤ ਨਹੀਂ ਦਿੰਦਾ ਜੀ। ਹੁਣ ਚੋਣਾਂ ਨੇੜੇ ਆ ਗਈਆਂ, ਹੁਣ ਬਠਿੰਡੇ ਦੀਆਂ ਗਲੀਆਂ ਦੇ ਵਿੱਚ ਉਹੀ ਪੈਸੇ ਸਿੱਟੀ ਜਾਂਦੇ ਆ। ਜਿਹੜੀਆਂ ਨਵੀਆਂ ਸੜਕਾਂ ਬਣੀਆਂ ਹੋਈਆਂ, ਜਿਹੜੀਆਂ ਉਹ ਇੰਟਰਲੋਕ ਟਾਈਲਾਂ ਲੱਗੀਆਂ ਹੋਈਆਂ, ਉਹਨਾਂ ਨੂੰ ਪੱਟ ਕੇ ਦੁਬਾਰੇ ਲਾਈ ਜਾਂਦੇ ਆ। 260 ਕਰੋੜ ਰੁਪਇਆ ਕਹਿੰਦੇ ਅਸੀਂ ਬਠਿੰਡੇ 'ਚ ਖਰਚਣਾ ਹੀ ਖਰਚਣਾ। ਹੁਣ ਦੱਸੋ ਜੀ, ਹੁਣ ਇਹਨਾਂ ਕੋਲ ਪੈਸਾ ਕਿੱਥੋਂ ਆ ਗਿਆ? ਸੰਧੂ ਸਾਹਿਬ ਇੱਕ ਥੋੜਾ ਐਡ ਹੋਰ ਵੀ ਕਰਿਓ, ਜਿਵੇਂ ਥਰਮਲ ਦੀ ਗੱਲ ਇਹ ਚਰਚਾ ਚੱਲਦੀ ਹੈ, ਅਕਾਲੀ ਦਲ ਵਾਲੇ ਕਹਿੰਦੇ ਵੀ ਕਾਂਗਰਸ ਨੇ ਬੰਦ ਕਰਿਆ, ਇਹ ਮੁੱਖ ਮੰਤਰੀ ਕੈਪਟਨ ਨੇ ਨਹੀਂ ਦਿਲਚਸਪੀ ਲਈ, ਵਿੱਤ ਮੰਤਰੀ ਨੇ ਦਿਲਚਸਪੀ ਲਈ ਬੰਦ ਹੋ ਗਿਆ। ਤੁਸੀਂ ਤਾਂ ਇਹ ਲੰਮੇ ਸਮੇਂ ਤੋਂ ਇਹ 'ਚ ਕੰਮ ਕਰ ਰਹੇ ਹੋ, ਦੋਨੇ ਰਲੇ ਹੋਏ ਆ, ਸ਼ੁਰੂਆਤ ਕਿੱਥੋਂ ਹੋਈ ਇਹ ਥੋੜਾ ਸਾਨੂੰ ਦੱਸੋ। ਦੇਖੋ ਜੀ, ਮੈਂ ਗੱਲ ਬਿਲਕੁਲ ਸੱਚੀ ਕਰੂੰਗਾ, ਤੇ ਚਾਹੇ ਮੈਨੂੰ ਫਾਂਸੀ ਲਾ ਦਿਓ, ਤੇ ਚਾਹੇ ਮੇਰੀ ਨੌਕਰੀ ਤੋਂ ਬਰਖਾਸਤ ਕਰ ਦਿਓ ਜੇ ਮੇਰੀ ਗੱਲ ਝੂਠੀ ਹੋ ਜੇ ਤਾਂ, ਚਾਹੇ ਮੇਰੇ ਨਾਲ ਸ਼ਰਤ ਲਾ ਲਓ ਇਸ ਗੱਲ ਦੀ ਕਿ ਜਾਂ ਵਿੱਤ ਮੰਤਰੀ ਅਸਤੀਫਾ ਦੇਊਗਾ ਜਾਂ ਮੈਂ ਦੇ ਦੇਣਾ। ਤੇ ਵੀ ਮੈਂ ਗੱਲ ਕਰੂੰਗਾ ਸੱਚੀ। ਇਹ ਜਿਹੜਾ ਏਜੰਡਾ ਆਇਆ ਸੀਗਾ, ਇਹ ਆਇਆ ਸੀ 8/2016 ਦੇ ਵਿੱਚ, ਅਕਾਲੀ ਦਲ ਸਰਕਾਰ ਭਾਜਪਾ ਵੇਲੇ ਉਹਨਾਂ ਨੇ ਏਜੰਡਾ ਲਿਆਂਦਾ ਸੀ। ਤੇ ਜਦੋਂ ਸਾਨੂੰ ਭਿਣਕ ਪੈ ਗਈ, ਅਸੀਂ ਕਾਪੀ ਕੂਪੀਆਂ ਇੱਧਰੋਂ ਉੱਧਰੋਂ ਕਿਤੇ ਕਢਾ ਲਈਆਂ, ਤੇ ਉਹ ਜੋ ਰੌਲਾ ਪੈ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹ ਬਾਲ ਸਾਹਿਬ ਬਹੁਤ ਛਾਤਰ ਦਿਮਾਗ ਆ, ਤਾਂ ਇਹਨਾਂ ਨੇ ਇਹਨੂੰ ਕੀ ਕਰਿਆ, ਉਹ ਆਪਦੇ ਅਧਿਕਾਰ ਗਣਾ ਦੇ ਕਾਕਾ ਇਹਨੂੰ ਕਲੋਜ਼ ਕਰ ਦਿਓ। ਤੇ ਉਹਨਾਂ ਨੇ ਇਹਨੂੰ ਮਤਲਬ
ਇਹ ਇੱਕ ਵਾਰੀ ਕਲੋਜ਼ ਕਰਤਾ ਤੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਤੇ ਇਹ ਮੁੱਦਾ ਬੜਾ ਉੱਭਰਿਆ ਹੋਇਆ ਸੀਗਾ। ਤਾਂ ਫਿਰ ਮਨਪ੍ਰੀਤ ਬਾਦਲ ਨੇ ਆ ਕੇ ਸਾਡੇ ਨਾਲ ਇਹ ਵਾਅਦਾ ਕਰ ਲਿਆ ਗੇਟ ਦੇ ਉੱਤੇ ਆ ਕੇ, ਪਹਿਲਾਂ ਵੀ ਬਹੁਤ ਵਾਰ ਦੱਸਿਆ ਆਪਾਂ ਕਿ ਇਹ ਹੱਡੀਆਂ ਮਾਸ ਤੇ ਉਹਦਾ ਲੋਕਾਂ ਦੇ ਖੂਨ ਦਾ ਬਣਿਆ ਹੋਇਆ, ਕੱਲਾ ਰੇਤਾ ਬਜਰੀ ਸੀਮੈਂਟ ਦਾ ਨਹੀਂ ਬਣਿਆ ਹੋਇਆ। ਇੱਥੇ 40 ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋਈਆਂ ਜੀ, ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਆ ਜੀ, ਮੇਰਾ ਦਿਲ ਰੋਂਦਾ ਜੀ। ਕਈ ਦੁਕਾਨਦਾਰ ਆ ਜਿਹੜੇ ਉਹ ਬੋਹਣੀ ਵੀ ਨਹੀਂ ਕਰਦੇ ਵਿਚਾਰੇ, ਉਹ ਮਤਲਬ ਐਂ ਦੁਕਾਨ ਖੋਲ੍ਹ ਕੇ ਤੇ ਬੰਦ ਕਰ ਜਾਂਦੇ ਆ। ਤੇ ਕੈਪਟਨ ਸਾਹਿਬ ਮੈਨੂੰ ਮੇਰਾ ਮਨ ਬਹੁਤ ਖਰਾਬ ਹੁੰਦਾ ਹੈ ਤੇ ਜੇ ਸਾਡੀ ਸਰਕਾਰ ਬਣ ਗਈ ਅਸੀਂ ਇਹਨੂੰ ਚਲਾਵਾਂਗੇ, ਅਸੀਂ ਚਿਮਨੀਆਂ ਧੂੰਆਂ ਕੱਢਾਂਗੇ। ਆ ਤੁਹਾਡੇ ਸਾਹਮਣੇ ਆ ਧੂੰਆਂ ਕੱਢਤਾ, ਬਠਿੰਡੇ ਸਾਰੇ ਸ਼ਹਿਰ ਦਾ ਕੱਢਤਾ ਧੂੰਆਂ, ਕਿਉਂਕਿ ਇਹਦੇ ਨਾਲ ਰੁਜ਼ਗਾਰ ਬਹੁਤ ਸੀਗਾ। ਸੋ ਇਸ ਕਰਕੇ ਫਿਰ ਜਿਹੜਾ ਮਤਲਬ ਜੋ ਰੌਲਾ ਪਿਆ 1/18 ਤੋਂ ਉਹਨੂੰ ਬੰਦ ਦਾ ਫੈਸਲਾ ਕੀਤਾ ਤਾਂ ਕੈਬਨਿਟ ਨੇ ਕੀਤਾ, ਕਾਂਗਰਸ ਨੇ। ਤਾਂ ਇਹ ਜਦੋਂ ਵਿੱਤ ਮੰਤਰੀ ਸੀਗੇ ਇਹ, ਜਿਵੇਂ ਹੁਣ ਮੇਰੀ ਬਦਲੀ ਦੇ ਵਾਸਤੇ ਇਹਨਾਂ ਨੇ ਇੰਟਰਸਟ ਲਿਆ ਵੀ ਨਾ ਤਾਂ ਸਾਡੇ ਮੰਤਰੀ ਹੈ, ਇਹਨਾਂ ਨੂੰ ਜੇ ਤਾਂ ਸਾਡੇ ਬਿਜਲੀ ਮੰਤਰੀ ਹੋਣ ਤਾਂ ਇਹ ਰਿਕਮੈਂਡੇਸ਼ਨ ਕਰਨ ਮੇਰੀ ਬਦਲੀ ਦੀ, ਇਹ ਬੰਦੇ ਨੂੰ ਉੱਥੇ ਲਾ ਦਿਓ ਯਾਰ। ਹੈਗੇ ਤਾਂ ਇਹ ਵਿੱਤ ਮੰਤਰੀ ਹੈ, ਵਿੱਤ ਮੰਤਰੀ ਖਜ਼ਾਨਾ ਤਾਂ ਉਹ ਭਰਦਾ ਨਹੀਂ ਤੇ ਉਹ ਤੁਰੇ ਫਿਰਦੇ ਮੇਰੀ ਬਦਲੀ ਕਰਾਉਣ ਦੇ ਪਿੱਛੇ ਵੀ ਇੰਨਾ ਇਹਨਾਂ ਨੂੰ ਟਾਈਮ ਕਿੱਥੋਂ ਮਿਲ ਜਾਂਦਾ। ਸੋ ਇਸ ਕਰਕੇ ਉਦੋਂ ਵੀ ਇਹਨਾਂ ਨੇ ਜਿਹੜਾ ਥਰਮਲ ਨੂੰ ਬੰਦ ਕਰਨ ਦਾ ਐਲਾਨ ਇਹਨਾਂ ਨੇ ਕੀਤਾ, ਜਦੋਂ ਕਿ ਉਦੋਂ ਰਾਣਾ ਗੁਰਜੀਤ ਸਿੰਘ ਜਿਹੜਾ ਹੈ ਉਹ ਬਿਜਲੀ ਮੰਤਰੀ ਸੀ, ਉਹਦਾ ਮਹਿਕਮਾ ਸੀ, ਉਹ ਐਲਾਨ ਕਰਦਾ, ਇਹਨਾਂ ਨੂੰ ਐਲਾਨ ਕਰਨ ਦੀ ਕੀ ਲੋੜ ਸੀ। ਇਹਨੇ ਕਿਹਾ ਵੀ ਅਸੀਂ ਐਲਾਨ ਕਰਤਾ ਜੀ, ਤੇ ਉਹ ਰੌਲਾ ਪੈ ਗਿਆ, ਧਰਨੇ ਰੈਲੀਆਂ ਬਜ਼ਾਰੇ ਹੋਏ, ਪੰਜਾਬ ਪੱਧਰ ਦੇ ਵਿੱਚ ਗੱਲ ਫੈਲੀ, ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ। ਤੇ ਇੱਥੋਂ ਦੇ ਬਠਿੰਡੇ ਦੇ ਐਮਸੀ ਆ ਜਿਹੜੇ 40 ਦੇ 40-50 ਉਹਨੇ ਲਿਖ ਕੇ ਸਾਨੂੰ ਦਿੱਤਾ, ਸਾਡੇ ਕੋਲ ਪਈਆਂ ਉਹਦੀਆਂ ਫੋਟੋ ਕਾਪੀਆਂ, ਸੀਐਮ ਨੂੰ ਤਾਰਾਂ ਕਰੀਆਂ ਉਹਨਾਂ ਨੇ, ਮਤਲਬ ਇਹਨੂੰ ਜਿਹੜਾ ਬੰਦ ਨਾ ਕਰੋ। 40 ਸਰਪੰਚਾਂ ਨੇ ਲਿਖ ਕੇ ਬਠਿੰਡੇ ਦੇ ਆਸੇ-ਪਾਸੇ ਦੇ ਪਿੰਡਾਂ ਦੇ 40 ਸਰਪੰਚਾਂ ਦੇ ਪੰਚਾਂ ਨੇ ਲਿਖ ਕੇ ਭੇਜਿਆ, ਉਹ ਸਾਡੇ ਕੋਲੇ ਰਿਕਾਰਡ ਪਿਆ ਹੈਗਾ। ਤਾਂ ਮਤਲਬ ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ 3 ਮੈਂਬਰੀ ਸਬ ਕਮੇਟੀ ਬਣਾਤੀ, ਕੈਬਨਿਟ ਸਬ ਕਮੇਟੀ। ਉਹਦੇ ਵਿੱਚ ਬ੍ਰਹਮਿੰਦਰਾ ਜੀ, ਚਰਨਜੀਤ ਚੰਨੀ ਸ਼ਾਇਦ 4 ਮੈਂਬਰੀ ਸ਼ਾਇਦ ਉਹ, ਤੇ ਜਿਹੜਾ ਇਹਨਾਂ ਦਾ ਉਹ ਸਾਧੂ ਸਿੰਘ, ਨਾਂ ਤਾਂ ਸਾਧੂ ਸਿੰਘ ਹੀ ਆ, ਵੈਸੇ ਉਹ ਸਾਧੂ ਹੈ ਨਹੀਂ, ਉਹ ਧਰਮਸੋਤ। ਤੇ ਇਹ ਮਾਨਯੋਗ ਖਾਲੀ ਪੀਪੇ ਵਾਲੇ ਮੰਤਰੀ ਸਾਹਿਬ, ਵਿੱਤ ਮੰਤਰੀ ਜੀ, ਇਹਨਾਂ ਨੂੰ ਬਣਾਤਾ। ਤਾਂ ਉਹ ਹੁਣ ਅਸੀਂ ਬ੍ਰਹਮਿੰਦਰਾ ਜੀ ਨੂੰ ਮਿਲੇ, ਚਰਨਜੀਤ ਚੰਨੀ ਜੀ ਅੱਜ ਮੁੱਖ ਮੰਤਰੀ ਆ, ਉਹਨਾਂ ਨੂੰ ਪਤਾ ਹੈ ਸਾਡੀਆਂ ਜਥੇਬੰਦੀਆਂ ਉਹਨਾਂ ਨੂੰ ਮਿਲੀਆਂ, ਉਹ ਵਾਲੇ ਵੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਇਹਨੇ ਉਹਨਾਂ ਨੂੰ ਕਹਿਦਾ ਵੀ ਯਾਰ ਮੇਰੇ ਹਲਕੇ ਦੇ ਵਿੱਚ ਹੈ, ਤੁਸੀਂ ਕੋਈ ਦਖਲਅੰਦਾਜ਼ੀ ਨਹੀਂ ਕਰਨੀ, ਕੋਈ ਤੁਸੀਂ ਕਮੈਂਟ ਨਹੀਂ ਕਰਨਾ, ਮੈਂ ਨਹੀਂ ਇਹਨੂੰ ਚੱਲਣ ਦੇਣਾ ਥਰਮਲ ਨੂੰ, ਮੈਂ ਤਾਂ ਇਹਨੂੰ ਬੰਦ ਕਰਨਾ ਹੀ ਕਰਨਾ। ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਵੀ ਭਾਈ ਤੁਸੀਂ ਆਪਦੇ ਵਿੱਤ ਮੰਤਰੀ ਨੂੰ, ਤੁਸੀਂ ਆਪਦੇ ਹਲਕੇ ਦੇ ਐਮਐਲਏ ਨੂੰ ਬਣਾ ਲਓ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਸਾਥੋਂ ਜਿੱਥੇ ਘੋਣਾ ਘਵਾ ਲਓ ਤੁਸੀਂ। ਸੋ ਫਿਰ ਚਲੋ ਮਤਲਬ ਬਹੁਤ ਜਦੋਜਹਿਦ ਹੋਈ, ਬੜੀ ਲੜਾਈ ਹੋਈ। ਫਿਰ ਸਾਡੀ ਮੈਨੇਜਮੈਂਟ ਨੇ ਮਤਲਬ ਇਹਨੂੰ ਸੌਰ ਊਰਜਾ ਦੇ ਇੱਥੇ 100 ਮੈਗਾਵਾਟ ਦਾ ਲਾਉਣ ਦੀ ਗੱਲ ਕੀਤੀ, ਤਾਂ ਵੀ ਇਹਨਾਂ ਨੇ ਉਹਦਾ ਏਜੰਡਾ ਜਿਹੜਾ ਪਾਸ ਹੋ ਗਿਆ ਤੇ ਮੁੱਖ ਮੰਤਰੀ ਕੋਲ ਮਨਜ਼ੂਰੀ ਲਈ ਗਿਆ। ਇਹ ਜਾ ਕੇ ਮੁੱਖ ਮੰਤਰੀ ਕੋਲ ਬਹਿ ਗਏ, ਕਹਿੰਦੇ ਵੀ ਨਹੀਂ ਚਲਾਉਣਾ ਜੀ ਨੇ, ਉੱਥੇ ਤਾਂ ਬਹੁਤ ਜ਼ਮੀਨ ਕੀਮਤੀ ਹੈ ਜੀ, ਤੇ ਉਹ ਕੀਮਤੀ ਜ਼ਮੀਨ 'ਤੇ ਆਪਾਂ ਨਹੀਂ ਲਾਵਾਂਗੇ, ਤਾਂ ਆਪਾਂ ਸੂਰਜੀ ਉਜਾਲਾ ਕਿਤੇ ਹੋਰ ਲਾ ਦਾਂਗੇ, ਟਿੱਬਿਆਂ 'ਤੇ ਲਾ ਦਾਂਗੇ, ਬੇਕਾਰ ਜ਼ਮੀਨ 'ਚ ਬਰਾਨੀ ਜ਼ਮੀਨ 'ਚ ਲਾਵਾਂਗੇ ਇੱਥੇ। ਤਾਂ ਮੁੱਖ ਮੰਤਰੀ ਨੂੰ ਉਹ ਵੀ ਨਹੀਂ ਕਰਨ ਦਿੱਤਾ ਇਹਨਾਂ ਨੇ। ਫਿਰ ਸਾਡੀ ਮੈਨੇਜਮੈਂਟ ਨੇ ਕਿਹਾ ਕਿ ਪਰਾਲੀ ਦੀ ਬੜੀ ਸਮੱਸਿਆ ਹੈਗੀ ਹੈ, ਤੇ ਪਰਾਲੀ 'ਤੇ 62-60 ਮੈਗਾਵਾਟ ਦਾ ਜਿਹੜਾ ਉਹ ਡੈਨਮਾਰਕ ਦੀਆਂ ਜਿਹੜੀਆਂ ਕੰਪਨੀਆਂ ਉੱਥੋਂ ਆ ਕੇ ਉਹ ਵੇਖ ਕੇ ਗਈਆਂ, ਉਹਨਾਂ ਨੇ ਵੀ ਓਕੇ ਕਰਤੀ, ਏਜੰਡਾ ਵੀ ਪਾਸ ਹੋ ਗਿਆ। ਉਹ ਫੇਰ ਗਿਆ, ਨਾਲੇ ਤਾਂ ਉਹਦਾ ਕਿਸਾਨਾਂ ਨੂੰ ਫਾਇਦਾ ਹੋਣਾ ਸੀ, ਨਾਲੇ 1000-1500 ਰੁਪਈਆ ਏਕੜ ਮਗਰ, ਨਾਲੇ ਜਿਹੜੀ ਹੈ ਪੋਲੂਸ਼ਨ ਨਹੀਂ ਹੋਣਾ ਸੀ, ਅੱਗ ਨਹੀਂ ਲਾਉਣੀ ਪੈਣੀ ਸੀ, ਤੇ ਨਾਲੇ ਜਿਹੜਾ ਟਰਾਂਸਪੋਰਟਰਾਂ ਨੂੰ ਰੁਜ਼ਗਾਰ ਮਿਲਣਾ ਸੀ, ਨਾਲੇ ਬਾਬੇ ਨਾਨਕ ਦੀ ਨਿਸ਼ਾਨੀ ਜਿਹੜੀ ਹੈ ਇਹ ਖੜੀ ਰਹਿੰਦੀ। ਤਾਂ ਉਹ ਵੀ ਇਹਨਾਂ ਨੇ ਕਹਿਤਾ ਵੀ ਨਹੀਂ ਜੀ ਇਹ ਇੱਥੇ ਜੀ ਇਹ ਤਾਂ ਬਹੁਤ ਕੀਮਤੀ ਜ਼ਮੀਨ ਆ ਜੀ। ਤੇ ਹੁਣ ਜਦੋਂ 1364 ਏਕੜ ਦਾ ਕੈਬਨਿਟ 'ਚ ਮਤਾ ਪਾਤਾ, ਹੁਣ ਨਹੀਂ ਇਹ ਕੀਮਤੀ ਜ਼ਮੀਨ ਸੀ, ਹੁਣ ਆਦੇ ਵੀ ਅਸੀਂ ਫ੍ਰੀ ਦੇ ਦਿਆਂਗੇ ਉਹਨਾਂ ਨੂੰ, ਜਿਹੜੀਆਂ ਇੰਡਸਟਰੀ ਜੇ ਕੋਈ ਲਾਊਗਾ ਉਹਨੂੰ ਅਸੀਂ ਫ੍ਰੀ ਦੇ ਦਿਆਂਗੇ ਦਾਨ 'ਚ। ਵੀ ਉਹਨਾਂ ਨੂੰ ਦਾਨ 'ਚ ਕਿਉਂ, ਵੀ ਉਹਨਾਂ ਨੇ ਲੋਕ ਭਲਾਈ ਦੇ ਕੋਈ ਪ੍ਰੋਜੈਕਟ ਲਾਉਣੇ ਇੱਥੇ, ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਮੁਨਾਫੇ ਵਾਸਤੇ ਆਉਣਾ, ਤੇ ਉਹਨਾਂ ਨੂੰ ਫਿਰ ਅਸੀਂ ਜ਼ਮੀਨ ਫ੍ਰੀ ਕਿਉਂ ਦੇਵਾਂਗੇ ਜੀ। ਸੋ ਇਸ ਕਰਕੇ ਮਤਲਬ ਸਭ ਤੋਂ ਵੱਡਾ ਮੁੱਖ ਕਾਰਨ ਇਹਦਾ ਫਿਰ ਵਿੱਤ ਮੰਤਰੀ ਬਣਿਆ ਇਹਨੂੰ ਬੰਦ ਕਰਨ ਦੇ ਵਾਸਤੇ। ਤੇ ਇਹਦਾ ਜਿਹੜਾ ਨਤੀਜੇ ਇਹਨਾਂ ਨੂੰ ਭੁਗਤਣੇ ਪੈਣਗੇ, ਆ ਤੁਸੀਂ ਵੇਖ ਲਓ ਚੋਣਾਂ ਦੇ ਵਿੱਚ ਆ ਮਹੀਨਾ 2 ਮਹੀਨੇ ਰਹਿ ਗਏ ਆ, ਤਾਂ ਇਹਨਾਂ ਨੂੰ ਇਸ ਗੱਲ ਦਾ ਇਹ ਭੁਗਤਣਾ ਪਊਗਾ ਕਿ ਐਡਾ ਵੱਡਾ ਪਲੇਠਾ ਥਰਮਲ ਪਲਾਂਟ ਪੰਜਾਬ ਸਰਕਾਰ ਦਾ, ਪੰਜਾਬ ਦੇ ਲੋਕਾਂ ਦੇ ਪੈਸੇ ਦੇ ਨਾਲ ਲੱਗਿਆ ਹੋਇਆ ਸੀਗਾ ਇਹ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500ਵੇਂ ਜਨਮ ਦਿਨ ਦੇ ਉੱਤੇ ਇਹਦੀ ਨਿਸ਼ਾਨੀ ਸੀਗੀ, ਤੇ 550 ਦੇ ਉੱਤੇ ਇਹਨਾਂ ਨੇ ਜਿਹੜਾ ਉਹਦਾ ਸੱਤਿਆਨਾਸ਼ ਕੀਤਾ। ਤੇ ਘੱਟੋ ਘੱਟ 1700 ਕਰੋੜ ਦੀ ਜਿਹੜੀ ਮਸ਼ੀਨਰੀ ਹੈ ਇਹਦੀ, ਉਹ ਸਿਰਫ 164 ਕਰੋੜ ਰੁਪਏ ਵਿੱਚ ਜਿਹੜੀ ਹੈ ਉਹ ਬੰਬੇ ਦੀ ਕੰਪਨੀ ਨੂੰ ਇਹਨਾਂ ਨੇ ਵੇਚਤੀ ਹੈਗੀ ਹੈ। ਉਹ ਸਾਰੇ ਇੱਥੋਂ ਖੇਡ ਕੇ ਲੈ ਗਏ ਆ, ਤੇ ਉਹ ਸਾਨੂੰ ਪਤਾ ਲੱਗਿਆ ਵੀ ਉੱਥੇ ਵੀ ਸ਼ਾਇਦ ਇਹਨਾਂ ਦੇ ਹਿੱਸੇ ਪੱਤੀਆਂ ਹੋਣਗੇ, ਉਹ ਥਰਮਲ ਜਿਹੜਾ ਉੱਥੇ ਲੱਗ ਰਿਹਾ ਉਹ ਮਸ਼ੀਨਰੀ ਸਾਰੀ ਉੱਥੇ ਫਿੱਟ ਕਰਨੀ ਇਹਨਾਂ ਨੇ। ਸੋ ਇਸ ਕਰਕੇ ਬਹੁਤ ਪੰਜਾਬ ਨੂੰ ਬਰਬਾਦ ਕੀਤਾ ਹੈ। ਮੈਂ ਕੱਲ੍ਹ ਪਰਸੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਇਹਦੇ ਬਾਰੇ ਲਿਖਿਆ ਹੈ ਕਿ ਜਿਹੜਾ ਤੁਸੀਂ ਆ 1364 ਏਕੜ ਫ੍ਰੀ ਦਾਨ ਕਰਨ ਦਾ ਜਿਹੜਾ ਮਤਾ ਪਾਇਆ ਕੈਬਨਿਟ, ਇਹਨੂੰ ਰੱਦ ਕਰਵਾਓ। ਜਿਹੜੇ ਏਜੰਡੇ ਕਲੋਜ਼ ਕੀਤੇ ਆ ਇਹਨਾਂ ਨੇ ਪਰਾਲੀ ਦੇ ਤੇ ਸੌਰ ਊਰਜਾ ਵਾਲੇ, ਉਹਨਾਂ ਨੂੰ ਦੁਬਾਰੇ ਖੋਲ੍ਹੋ, ਇਹਦੀ ਪੜਤਾਲ ਕਰਾਓ ਕਿ ਸਾਰਾ ਕੁਝ ਕਿਉਂ ਹੋਇਆ, ਕਿਉਂ ਇਹਨੂੰ ਬੰਦ ਕੀਤਾ ਗਿਆ। 750 ਕਰੋੜ ਰੁਪਇਆ ਇਹਦੀ
ਰੈਨੋਵੇਸ਼ਨ ਤੇ ਲੱਗਿਆ ਸੀਗਾ। ਇਹ ਸਾਰੀਆਂ ਗੱਲਾਂ ਮੈਂ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ, ਜਿਹੜੇ ਕਹਿੰਦੇ ਵੀ ਮੈਂ ਬਹੁਤ ਇਮਾਨਦਾਰ ਹੈ, ਉਹਨਾਂ ਨੂੰ ਮੈਂ ਲਿਖੀਆਂ ਹੈ। ਦੇਖੋ ਕੀ ਰਿਸਪੌਂਸ ਦਿੰਦੇ ਆ, ਉਹ ਕੀ ਕਰਦੇ ਹੈਗੇ ਆ। ਸੋ ਇਹ ਸਾਰੇ ਨਾ ਲੋਟੂ ਇਕੱਠੇ ਹੋਏ ਆ ਜੀ, ਤੇ ਸਾਰੇ ਇਹ ਬੰਦੇ ਹੁਣ ਬਸ 2022 ਤੇ ਇਹਨਾਂ ਦੀਆਂ ਜਿਹੜੀਆਂ ਨਿਗਾਹ ਹੈਗੀਆਂ। ਪਰ ਇੱਕ ਮੇਰੀ ਨਿੱਜੀ opinion ਹੈ ਕਿ ਮੈਨੂੰ ਲੱਗਦਾ ਹੈ ਕਿ ਵੀ ਭਾਜਪਾ ਮੈਨੂੰ ਲੱਗਦਾ ਨਹੀਂ ਵੀ ਚੋਣਾਂ ਕਰਾ ਦੂਗੀ ਪੰਜਾਬ ਦੇ ਵਿੱਚ। ਉਹ ਕੋਈ ਨਾ ਕੋਈ ਬਖੇੜਾ ਖੜਾ ਕਰਕੇ ਇਹ ਚੋਣਾਂ ਨੂੰ ਅੱਗੇ ਪਾਉਣਗੇ। ਪਹਿਲਾਂ ਉਹ ਆਪਦੇ ਪੈਰ ਲਾਉਣਗੇ ਪੰਜਾਬ ਦੇ ਵਿੱਚ, ਤੇ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰਨਗੇ। ਤੇ ਚਾਹੇ ਉਹਨਾਂ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪੈ ਜਾਣ ਇੱਕ ਵਾਰੀ ਫੌਰੀ ਤੌਰ ਦੇ ਉੱਤੇ, ਆਰਜੀ ਤੌਰ ਦੇ ਉੱਤੇ ਲੋਕਾਂ ਨੇ ਅੱਖੀ ਘੱਟਾ ਪਾਉਣ ਜਾਂ ਕੁਛ ਵੀ ਕਰਨ ਉਹ। ਪਰ ਮੈਨੂੰ ਲੱਗਦਾ ਵੀ 95% ਦੀ ਚੋਣਾਂ ਜਿਹੜੀਆਂ ਉਹ ਸ਼ਾਇਦ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਨਾ ਕਰਾਵੇ। ਤੇ ਜੇ ਉਹ ਕਰਾਉਂਦੀ ਹੈ ਤਾਂ ਫਿਰ ਜਿਵੇਂ ਇਹ ਹੁਣ ਬਾਬਾ ਹੋਏ ਫਿਰਦੇ ਅਕਾਲੀ ਤੇ ਕਾਂਗਰਸੀ, ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਨਾਂ ਨੂੰ ਲੋਕ ਜਿਹੜੇ ਆ, ਜੇ ਲੋਕ ਸਮਝਦਾਰ ਹੋਏ ਮੈਨੂੰ ਤਾਂ ਲੱਗਦੇ ਨੇ ਵੀ ਇਹਨਾਂ ਨੂੰ ਵੋਟਾਂ ਪਾ ਦੇਣਗੇ। ਵੀ ਹੁਣ ਐਲਾਨ ਤੇ ਐਲਾਨ ਕਰੀ ਜਾਂਦੇ, ਐਲਾਨ ਤੇ ਐਲਾਨ ਕਰੀ ਜਾਂਦੇ ਆ। ਹੁਣ ਫਿਰ ਖਜ਼ਾਨਾ ਕਿੱਥੋਂ ਕਿਵੇਂ ਭਰ ਜੂਗਾ, ਹੁਣ ਫਿਰ ਪੈਸਾ ਕਿੱਥੋਂ ਆ ਜੂਗਾ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਲੋਕ ਸਮਝਦੇ ਆ, ਕਿਉਂਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਜਿਹੜਾ ਬਹੁਤ ਸਿਆਣਾ ਕਰਤਾ। ਅਖੀਰਲਾ ਸਵਾਲ ਹੈ ਜੀ, ਜਿਵੇਂ ਤੁਹਾਡੀ ਬਦਲੀ ਕਿੱਥੇ ਕਰੀ ਹੈ ਤੇ ਕੀ ਉਹ ਬਦਲੀ ਦਾ ਕਿਸ ਤਰ੍ਹਾਂ ਚੱਲ ਰਿਹਾ? ਤੁਸੀਂ ਗਏ ਹੋ ਤੇ ਜੁਆਇਨ ਕੀਤਾ ਜਾਂ ਕੀ ਹੈ? ਨਹੀਂ ਜੀ, ਮੈਂ ਮਤਲਬ ਮੇਰੇ ਆਰਡਰ ਜਿਹੜੇ ਆ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੇ ਮੇਰੇ ਫਾਜ਼ਿਲਕਾ ਤੁਹਾਨੂੰ ਦੱਸਿਆ ਗੁਰਦਾਸਪੁਰ ਕਰਾਉਣ ਦੀ ਸਿਫਾਰਿਸ਼ ਕੀਤੀ। ਤਾਂ ਫਿਰ ਮੇਰੀ ਉੱਥੇ ਪੋਸਟ ਹੀ ਨਹੀਂ ਸੀਗੀ, ਉਹ ਜਿਹੜੀ ਪੋਸਟ ਦੇ ਉੱਤੇ ਮੈਂ ਕੰਮ ਕਰਦਾ ਜੂਨੀਅਰ ਸਪੈਸ਼ਲਿਸਟ। ਤਾਂ ਫਿਰ ਸਾਡੇ CMD ਨੇ ਮੈਨੂੰ ਚੱਕ ਕੇ ਜਿਹੜਾ ਇੱਥੇ ਲਹਿਰੇ ਲਾਤਾ ਬਠਿੰਡੇ ਤੋਂ। ਤਾਂ ਇਹਨਾਂ ਨੇ ਹੁਣ ਫਿਰ ਰਿਕਮੈਂਡੇਸ਼ਨ ਕਰਤੀ ਵੀ ਇਹਨੂੰ ਬਠਿੰਡੇ ਜ਼ਿਲ੍ਹੇ ਤੋਂ ਬਾਹਰ ਲਾਓ। ਬਠਿੰਡੇ ਜ਼ਿਲ੍ਹੇ ਤੋਂ ਯਾਰ ਬਾਹਰ ਮੇਰੀ ਪੋਸਟ ਫੇਰ ਹੈ ਨਹੀਂ। ਸਾਡੀਆਂ ਪੋਸਟਾਂ ਜਿਹੜੀਆਂ ਥਰਮਲ ਦੇ ਵਿੱਚ ਹੀ ਹੈ। ਥਰਮਲ ਆ 3 ਸਰਕਾਰੀ, ਇੱਕ ਇਹਨਾਂ ਨੇ ਬੰਦ ਕਰਤਾ, 2 ਰਹਿ ਗਏ। ਤਾਂ ਹੁਣ ਮੈਨੂੰ ਰੋਪੜ ਲਾਤਾ ਇੱਥੋਂ 250-300 ਕਿਲੋਮੀਟਰ ਦੂਰ। ਤਾਂ ਹੁਣ ਮੈਂ, ਕਿਉਂਕਿ ਸਾਨੂੰ ਇੱਕ ਕਾਨੂੰਨੀ ਹੱਕ ਹੈ, ਇੱਕ ਸਾਡੀ ਟਰਾਂਸਫਰ ਪਾਲਿਸੀ ਹੈ ਸਾਡੀ PSPCL ਦੀ, ਕਿ ਜਿਹੜੇ ਬੰਦੇ ਦਾ 1 ਸਾਲ ਤੋਂ ਘੱਟ ਸਮਾਂ ਰਹਿੰਦਾ ਉਹਨੂੰ ਬਦਲਣਾ ਨਹੀਂ ਹੁੰਦਾ। ਤੇ ਮੈਂ ਉਸ ਗੱਲ ਨੂੰ ਲੈ ਕੇ ਉਹ ਸਰਕੂਲਰ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਲਾਇਆ। ਤੇ ਇੱਕ ਜਿਹੜੀਆਂ ਇਹਨਾਂ ਨੇ ਰਿਕਮੈਂਡੇਸ਼ਨਾਂ ਕੀਤੀਆਂ ਕਿ ਮੈਨੂੰ ਇਹ ਮੈਂਟਲੀ ਹਰਾਸਮੈਂਟ ਕਰ ਰਹੇ ਆ ਜਾਣ ਬੁੱਝ ਕੇ, ਤੇ ਇਹਨਾਂ ਨੂੰ ਮੇਰੇ ਤੋਂ ਕੋਈ ਖਤਰਾ ਹੈ। ਤੇ 2022 ਦੀਆਂ ਚੋਣਾਂ ਦੇ ਵਿੱਚ 2022 ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਮੈਨੂੰ ਜਿਹੜੇ ਹੈਗੇ ਆ ਬਠਿੰਡੇ ਜ਼ਿਲ੍ਹੇ ਤੋਂ ਬਾਹਰ ਕੱਢਣਾ ਚਾਹੁੰਦੇ ਆ। ਤੇ ਵੀ ਇਹ ਮੇਰੇ ਬਿਜਲੀ ਮੰਤਰੀ ਵੀ ਹੈ ਨਹੀਂ ਗੀ, ਮੇਰੀ ਕੋਈ ਰਿਕੁਆਇਰਮੈਂਟ ਵੀ ਹੈ ਨਹੀਂ ਕਿ ਰੋਪੜਾ ਜਿਹੜੇ ਯੂਨਿਟ ਚੱਲਦੇ ਹੋਣ ਵੱਡੀ ਪੱਧਰ ਦੇ ਉੱਤੇ, ਪੀਕ ਲੋਡ ਤੇ ਚੱਲਦੇ ਹੋਣ ਤੇ ਉੱਥੇ ਬੰਦਿਆਂ ਦੀ ਲੋੜ ਹੋਵੇ। ਕੋਈ ਉੱਦਾਂ ਦੀ ਗੱਲ ਵੀ ਨਹੀਂ, ਯੂਨਿਟ ਵੀ ਬੰਦ ਪਏ ਹੈਗੇ ਆ। ਤੇ ਇੱਥੇ ਵੀ ਯੂਨਿਟ ਜਿਹੜੇ ਆ ਸਾਰੇ ਬੰਦ ਪਏ ਆ। ਫਿਰ ਸਾਡੇ ਕੋਈ ਬਿਜਲੀ ਮੰਤਰੀ ਹੈ ਨਹੀਂ ਗੇ। ਫਿਰ ਮਤਲਬ ਸੋ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਮੈਨੂੰ ਪਰੇਸ਼ਾਨ ਕਰਨਾ, ਵੀ ਮੈਨੂੰ ਇਹ ਪਰੇਸ਼ਾਨ ਕਰਨ। ਮੈਂ ਡਰਦਾ ਇਹਨਾਂ ਦੇ ਦਫ਼ਤਰ ਜਾਵਾਂ, ਇਹਨਾਂ ਦੇ ਘਰੇ ਜਾਵਾਂ, ਇਹਨਾਂ ਦੇ ਹੱਥ ਜੋੜਾਂ, ਫਿਰ ਮੇਰੀਆਂ ਵੀਡੀਓ ਬਣਾਉਣ, ਮੇਰੀਆਂ ਫੋਟੋ ਖਿੱਚਣ, ਤੇ ਫਿਰ ਜੋ ਵਰਗੇ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਪਾਉਣ। ਆ ਵੇਖੋ ਜੀ ਵੱਡਾ ਪ੍ਰਧਾਨ ਬਣਿਆ ਫਿਰਦਾ ਸੀਗਾ ਤੇ ਬਹਿ ਗਿਆ ਸਾਡੇ ਪੈਰਾਂ 'ਚ ਆ ਕੇ। ਪਰ ਮੈਂ ਵੀ ਉਸ ਮਿੱਟੀ ਦਾ ਨਹੀਂ ਬਣਿਆ। ਮੈਨੂੰ ਚਾਹੇ ਧੌਣ ਲੈ ਜੇ, ਮੈਂ ਕਦੇ ਇਹਨਾਂ ਨੂੰ ਜਾ ਕੇ, ਮੈਂ ਲੋਕਾਂ ਨਾਲ ਵੀ ਵਾਅਦਾ ਕੀਤਾ ਹੋਇਆ ਕਿ ਨਾ ਤਾਂ ਮੈਂ ਜਥੇਬੰਦੀਆਂ ਦਾ ਸਮਾਂ ਖਰਾਬ ਕਰਾਂ ਵੀ ਲਾਲਾ ਜਿੰਦਾਬਾਦ ਮੁਰਦਾਬਾਦ ਬਦਲੀ ਦੇ ਵਾਸਤੇ, ਤੇ ਨਾ ਮੈਂ ਕੋਈ ਸਿਆਸੀ ਪਹੁੰਚ ਕਰਾਂ ਵੀ ਨਵਜੋਤ ਸਿੱਧੂ ਨੂੰ ਕਹਿ ਦਿਆਂ ਜਾਂ ਮੈਨੂੰ ਆਫਰਾਂ ਆਈਆਂ ਬਹੁਤ ਬੰਦਿਆਂ ਦੀਆਂ, ਤੂੰ ਇੱਕ ਵਾਰੀ ਗੱਲ ਕਰ ਲੈ ਯਾਰ, ਅਸੀਂ ਤੇਰੀ ਘੰਟੇ ਬਦਲੀ ਰੱਦ ਕਰਾ ਦਿੰਦੇ ਹਾਂ। ਤੇ ਮੈਂ ਕਿਹਾ ਵੀ ਤੁਸੀਂ ਬਦਲੀ ਰੱਦ ਕਰਾਉਣ ਦੀ ਗੱਲ ਕਰਦੇ ਹੋ, ਮੈਂ ਤਾਂ ਉਹ ਸੜਕ ਨਹੀਂ ਲੰਘਦਾ ਜਿੱਲੇ ਪਾਸੇ ਦਫ਼ਤਰ ਇਹਨਾਂ ਦਾ ਵੀ ਤੁਰੇ ਜਾਂਦੇ ਫੋਟੋ ਖਿੱਚ ਲੈਣ, ਕਿਤੇ ਸਾਡੇ ਬਾਹਰ ਦਫ਼ਤਰ ਪੂਰੇ ਖੜਾ ਹੈ। ਸੋ ਇਸ ਕਰਕੇ ਮੈਂ ਉਸ ਮਿੱਟੀ ਦਾ ਨਹੀਂ ਬਣਿਆ। ਮੈਨੂੰ ਮਾਂ ਪਿਓ ਨੇ ਮੇਰੇ ਨੇ ਮਤਲਬ ਇਹੀ ਸਿੱਖਿਆ ਦਿੱਤੀ ਹੈ ਵੀ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਨਾ ਹੈ ਤੇ ਕਦੇ ਦੁਸ਼ਮਣ ਦੇ ਅੱਗੇ ਝੁਕਣਾ ਨਹੀਂਗਾ। ਤੇ ਇਹ ਜਿਹੜੇ ਜਨਮ ਹੈ ਵਾਰ-ਵਾਰ ਨਹੀਂ ਮਿਲਦੇ। ਸੋ ਇਸ ਕਰਕੇ ਫਿਰ ਮੇਰਾ ਵਿੱਤ ਮੰਤਰੀ ਨੇ ਜਿਹੜਾ ਮੈਨੂੰ ਚੈਲੰਜ ਕੀਤਾ ਹੈ, ਤੇ ਚੈਲੰਜ ਮੈਂ ਖਿੜੇ ਮੱਥੇ ਕਬੂਲ ਕਰਿਆ। ਤੇ ਮੈਂ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਮੈਨੂੰ ਆਸ ਹੈ ਕਿ ਜਿਹੜੀ ਆ ਮਾਨਯੋਗ ਹਾਈ ਕੋਰਟ ਮੈਨੂੰ ਇਹਦੇ ਵਿੱਚ ਰਿਲੀਫ ਦਊਗੀ, ਤੇ ਜਿਹੜਾ ਵੀ ਉਹ ਕਾਨੂੰਨ ਹੈ, ਕਾਨੂੰਨ ਦੇ ਅਨੁਸਾਰ ਜਿਹੜੀ ਮੇਰੀ ਬਦਲੀ ਦੇ ਉੱਤੇ ਉਹ ਸਟੇ ਕਰੂਗੀ, ਤੇ ਜਿਹੜਾ ਸਿਸਟਮ ਹੈ ਇਹਦੇ ਮੂੰਹ ਦੇ ਉੱਤੇ ਚਪੇੜ ਮਾਰੂਗੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਗੁਰਸੇਵਕ ਸਿੰਘ ਸੰਧੂ ਜੋ ਗੁਰੂ ਨਾਨਕ ਦੇਵ ਥਰਮਲ ਪਲਾਂਟ ਆ ਉਹ ਫੈਡਰੇਸ਼ਨ ਦੇ ਪ੍ਰਧਾਨ ਨੇ। ਪਿਛਲੇ ਲੰਮੇ ਸਮੇਂ ਤੋਂ ਜਿੱਥੇ ਆਪਦੀ ਡਿਊਟੀ ਕਰ ਰਹੇ ਆ ਉੱਥੇ ਇਹ ਜਥੇਬੰਦੀਆਂ ਨਾਲ ਰਲ ਕੇ ਸਿਸਟਮ ਦੇ ਜਿਹੜਾ ਗਲਤ ਸਿਸਟਮ ਹੈਗਾ ਉਹਦੇ ਖਿਲਾਫ ਲੜ ਰਹੇ ਨੇ, ਲੋਕਾਂ ਦੇ ਹੱਕ 'ਚ ਹੈ। ਹੁਣ ਜੋ ਜਿਹੜੀ ਥਰਮਲ ਪਲਾਂਟ ਦੀ ਗੱਲ ਚੱਲਦੀ ਹੈ ਬਠਿੰਡੇ ਵਾਲੇ ਦੀ, ਉਦੋਂ ਅਕਾਲੀ ਦਲ ਇਹ ਕਹਿੰਦਾ ਵੀ ਕਾਂਗਰਸ ਨੇ ਬੰਦ ਕਰਾਇਆ, ਕਾਂਗਰਸ ਵਾਲੇ ਹੋਰ ਕੁਝ ਬੋਲੀ ਜਾਂਦੇ ਆ। ਹੁਣ ਸਪਸ਼ਟ ਹੋ ਗਿਆ ਵੀ ਅਕਾਲੀ ਦਲ ਨੇ ਮੁੱਢ ਬੰਨਿਆ ਸੀ, ਕਿਉਂਕਿ ਜੋ ਕੋਈ ਵੀ ਪਾਰਟੀ ਹੈ ਸਿਆਸੀ, ਉਹਨਾਂ ਨੂੰ ਕੁਰਸੀ ਤੱਕ ਹੁੰਦਾ। ਹੁਣ ਜਿਹੜੀਆਂ ਦਲ ਬਦਲੀਆਂ ਆਉਂਦੀਆਂ ਵੀ ਕੁਰਸੀ ਤੱਕ ਹੈ, ਕਹਿੰਦੇ ਚਾਹੇ ਇਹ ਹੈਗੇ ਆ ਵੀ ਅਸੀਂ ਲੋਕ ਸੇਵਾ ਲਈ ਮੰਨ ਲਓ ਰਾਜਨੀਤੀ 'ਚ ਆਏ ਆ, ਪਰ ਅਜਿਹਾ ਨਹੀਂ ਹੁੰਦਾ। ਹੁਣ ਜਿਹਨੂੰ ਇੱਕ ਪਾਰਟੀ ਨਹੀਂ ਟਿਕਟਦੀ ਉਹ ਦੂਜੇ ਪਾਸੇ ਟਪੂਸੀ ਮਾਰਦਾ। ਸਿਰਫ ਇਹਨਾਂ ਨੂੰ ਸੱਤਾ ਤੱਕ ਹੈਗਾ, ਹੋਰ ਕੋਈ ਵੀ ਮਤਲਬ ਨਹੀਂ। ਸਾਰਿਆਂ ਦਾ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।